ਜਿਹੜੀ ਪੰਜਾਬ ਸਰਕਾਰ ਹੈ ਉਹ ਸਰਦ ऋतु इजलास बुलाने तो भजदी नजर आ रही है। इंप्रूवमेंट ट्रस्टां दे चेयरमैन ये भी अंदर कीते हैं। मतलब सरकार को दस्सण नूं बहुत कुछ है, पर ये सरकार दा इजलास ना बुलाना किते ना किते ये भी जिहड़ी है विपक्ष दे हत्थ गल आ जांदी है। जिहड़े मंत्री ने कैबिनेट मिनिस्टर कुलदीप सिंह धालीवाल उन्होंने एक क्लीयर करना चाहिए भी ये पैसा वाकई NRI मिलनी सम्मेलना ते NRI सभा का ही पैसा खर्च हो रहा है या सरकार अपने लैवल ते फंड पंजाब दी इस दुर्दशा लई जिहड़ा भी जिम्मेदार है वो सामने आना चाहिए, पता लगना चाहिए भी इन्होंने अपने वड्डे वड्डे महल बना ले, वड्डे वड्डे होटल बना ले या वड्डियां वड्डियां कंपनियां खड़ियां कर लियां सिर्फ पंजाब नूं कर्ज की दलदल दे विच धकेल के। रिश्वतखोरी लिए बदनाम सी उदों विंग, रिश्वतखोरी कितने नहीं अजे कि रिश्वतखोरी बंद हो गई है। रोज ही कोई ना कोई विजिलेंस वाले फड़ लेंगे किसी ना किसी, पुलिस वाले भी तो दूसरे भी। ईडी ने ना पंजाब के लीडर सुकने पाते हैं पंजाब जे असीं गल करिए काम तो देखो ना कहते भी जिन्हें खादियां गाजरां ढिड उन्हां दे पीड़। सत श्री अकाल, नमस्कार, मैं हाँ इंद्रजीत। साडे अज दे प्रोग्राम खरियां खरियां दे विच तुहाडा स्वागत है। साडे नाल ने सीनियर पत्रकार दीपक भंडारी जी। भंडारी साहब नमस्कार जी। नमस्कार जी। भंडारी साहब, विधान सभा सरद ऋतु इजलास जिहड़ा कि बुलाया जाना सीगा, पर कहा जा रहा है कि जिहड़ी पंजाब सरकार है वो सरद ऋतु इजलास बुलाउण तो भजदी नज़र आ रही है। हाँ बिल्कुल गल ठीक है। देखो ये वही सरकार है जदों ये विपक्ष सी ਤੇ ਉਦੋਂ ਸਰਕਾਰ ਦੇ ਉੱਤੇ ਤੰਜ ਕੱਸਦੇ ਸੀਗੇ ਵੀ ਇਹ ਸਵਾਲਾਂ ਦੇ ਜਵਾਬਾਂ ਤੋਂ ਜਿਹੜੇ ਭੱਜਦੇ ਨੇ, ਜਵਾਬ ਨਹੀਂ ਦੇਣਾ ਚਾਹੁੰਦੇ, ਇਸ ਕਰਕੇ ਇਹ ਵਿਧਾਨ ਸਭਾ ਸੱਤਰ ਨਹੀਂ ਬੁਲਾਇਆ ਜਾਂਦਾ। ਕਿ ਇਹਨਾਂ ਦਾ ਵੀ ਕਹਿਣਾ ਸੀਗਾ ਵੀ ਸੱਤਰ ਜਿਹੜਾ ਹੈ ਉਹ 40 ਦਿਨਾਂ ਦਾ ਘੱਟ ਤੋਂ ਘੱਟ ਜਿਹੜਾ ਜ਼ਰੂਰ ਬੁਲਾਇਆ ਜਾਣਾ ਚਾਹੀਦਾ। ਪਰ ਹੁਣ ਇਸ ਵਾਰੀ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਸਰਦ ऋतु ਦਾ ਇਜਲਾਸ ਹੋਣਾ ਨਾ ਉਹਨੂੰ ਲੈ ਕੇ ਜਿਹੜੀ ਹੈ ਕਿਤੇ ਨਾ ਕਿਤੇ ਡਾਵਾਂਡੋਲ ਦੇਖ ਰਹੀ ਹੈ ਵੀ ਬੁਲਾਏਗੀ ਜਾਂ ਨਹੀਂ ਬੁਲਾਏਗੀ। ਇਹ ਤੇ ਕਿਉਂਕਿ ਹੁਣ ਲੱਗਦਾ ਨਹੀਂ ਇਸ ਸਾਲ ਦੇ ਵਿੱਚ ਕਿਤੇ ਬੁਲਾਵੇ, ਕਿਉਂਕਿ ਇਸ ਸਾਲ ਖਤਮ ਹੋਣਾ ਤੇ ਹੁਣ 3 ਦਿਨ ਰਹਿ ਗਏ ਨੇ, ਅੱਜ 28 ਦਸੰਬਰ ਹੋ ਗਈ ਹੈ। ਤੇ ਇਹਨੂੰ ਲੈ ਕੇ ਵਿਰੋਧੀ ਪਾਰਟੀਆਂ ਇਹਨਾਂ ਤੇ ਤੰਜ ਵੀ ਕੱਸਦੀਆਂ। ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਸੀਗਾ ਵੀ ਸਰਕਾਰ ਨੇ 9 ਮਹੀਨੇ ਹੋਏ ਨੇ 30,000 ਕਰੋੜ ਰੁਪਏ ਦਾ ਇਹਨਾਂ ਨੇ ਲੋਨ ਲੈ ਲਿਆ, ਪੈਸਾ ਖਰਚ ਕਿੱਥੇ ਕੀਤਾ ਜੀ। ਹਾਲਾਂਕਿ ਕੱਲ ਇਹਨੂੰ ਲੈ ਕੇ ਕੱਲ ਵੈਸੇ ਜਿਹੜੇ ਆਪਣੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਇੱਕ ਆંકੜੇ ਜਾਰੀ ਕੀਤੇ ਸੀ ਤੇ ਉਹਨਾਂ ਨੇ ਕੰਪੈਰੀਜ਼ਨ ਕੀਤਾ ਸੀ ਵੀ ਪਿਛਲੇ ਸਰਕਾਰਾਂ ਨੇ ਇੰਨੇ ਟੈਨਿਓਰ ਦੇ ਵਿੱਚ ਕਿੰਨੀ ਕਮਾਈ ਕੀਤੀ ਸੀ ਤੇ ਸਾਡੀ ਸਰਕਾਰ ਨੇ ਕਿੰਨੇ ਪੈਸੇ ਕਮਾਏ ਜੀ। पर कितना किते देखो सरकार नू जवाब तो देना ही पेगा ना। जे इस वे तुहानू पता ही है धरने लगे हुए हैं, धरना लगे है जीरा फैक्ट्री के बाहर धरना लगे हैं, वो शराब फैक्ट्री के बाहर लगातार धरना चल रहा है पिछले 5 महीनों तो। बाइबल कलां गोलीकांड के बेअदबी कांड नू लैके भी धरना जारी है। हजे तो साहबजादियां दे सीगा शहीदी दिवस सीगा, इस करके उन्होंने 7 जनवरी तक उन्होंने जिहड़ा उन्होंने मुलतवी नहीं किया, मतलब आवाजाही उन्होंने रोकी नहीं। किसान धरनियां ते ने, टोल प्लाजा ते बैठे हुए ने, मतलब ये सारियां जिहड़ियां लॉ एंड ऑर्डर की स्थिति है, ये सारियां जिहड़ियां चीज़ां इनू लैके विधान सभा 70 ਦੇ ਵਿੱਚ ਕਿਤੇ ਲੱਗਦਾ ਸੀ ਸਰਕਾਰ ਨੂੰ ਵੀ ਸਾਨੂੰ ਜਵਾਬ ਦੇਣੇ ਪੈਣਗੇ। ਪਰ ਜੇ ਸਰਕਾਰ ਸਿਰਫ ਇਸ ਗੱਲ ਤੋਂ ਭੱਜ ਰਹੀ ਹੈ ਵੀ ਸਾਨੂੰ ਜਵਾਬ ਦੇਣੇ ਪੈਣਗੇ ਤੇ ਫਿਰ ਤੇ ਉਹ ਵੀ ਸਰਕਾਰ ਲਈ ਮੁਸ਼ਕਲ ਹੈ। ਕਿਉਂਕਿ ਦੇਖੋ ਨਾ ਮੈਂਡੇਟ ਇੰਨਾ ਪਹਿਲੀ ਵਾਰੀ ਮਿਲਿਆ 92 MLA ਨੇ ਇਹਨਾਂ ਦੇ ਵੀ 92 MLA ਵੀ ਤੁਹਾਡੇ ਸਾਹਮਣੇ ਉਹ 117 ਦੇ ਵਿੱਚੋਂ ਬਾਕੀ ਬਚਦੇ ਹੀ ਕਿੰਨੇ ਨੇ 25 MLA ਗਿਣੇ ਚੁਣੇ ਤੇ ਤੁਸੀਂ ਡਰਦੇ ਕਿਉਂ ਵੀ। ਇਹ ਵੀ ਸਵਾਲ ਬੜਾ ਵੱਡਾ ਸਾਹਮਣੇ ਆ ਰਿਹਾ ਵੀ ਆਖਿਰਕਾਰ ਸਰਕਾਰ ਕੀ ਇਹਨਾਂ ਦੇ ਸਵਾਲਾਂ ਦੇ ਜਿਹੜੇ ਉਹਨਾਂ ਦੇ ਜਵਾਬ ਦੇਣ ਤੋਂ ਡਰ ਗਈ ਹੈ। ਹੁਣ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਵੀ ਆਪਣੀ ਹੀ ਸਰਕਾਰ ਨੂੰ ਇਹ ਕਹਿ ਚੁੱਕੇ हैं ਵੀ ਬੇਅਦਬੀ ਦੇ ਵਿੱਚ ਇੱਕ ਪੂਰਾ ਸੈਸ਼ਨ ਬੁਲਾਉਣਾ ਚਾਹੀਦਾ ਹੈ, ਪਰ ਇਹ ਉਹਨਾਂ ਦੀ ਵੀ ਗੱਲ ਨਹੀਂ ਸੁਣ ਰਹੇ। ਹੁਣ ਬੇਵਜ੍ਹਾ ਸੈਸ਼ਨ ਬੁਲਾਉਣ ਨੂੰ ਲੈ ਕੇ ਤੇ ਮਾਨ ਸਾਹਿਬ ਆਪਣੇ ਜਿਹੜੇ CM ਨੇ ਪੰਜਾਬ ਦੇ, ਉਹ ਤੇ ਪੰਜਾਬ ਦੇ ਗਵਰਨਰ ਬਰਨਵਾਰੀ ਲਾਲ ਪੁਰੋਹਿਤ ਨਾਲ ਦੇ ਭਿੜ ਜਾਂਦੇ ਨੇ ਜਦੋਂ ਇਹ ਕਹਿੰਦੇ ਵੀ ਅਸੀਂ ਬਈ ਕੌਨਫੀਡੈਂਸ ਮੋਸ਼ਨ नो कॉन्फिडेंस मोशन ਜਿਹੜਾ ਉਹਦਾ ਪ੍ਰਸਤਾਵ ਲੈ ਕੇ ਆਣਾ ਹੈ ਤੇ ਤੁਹਾਨੂੰ ਪਤਾ ਵੀ ਉਹ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਪਹਿਲੇ ਤੇ ਬੜਾ ਬਵਾਲ ਮਚਦਾ ਹੈ ਕਿਉਂਕਿ ਕਿਸੇ ਨੇ ਵਿਪਕਸ਼ ਕਦੀ ਕਹਿੰਦਾ ਨਹੀਂ ਵੀ ਤੁਹਾਡੇ ਕੋਲ ਮੈਜੋਰਟੀ ਨਹੀਂ ਹੈ, ਵੀ ਇਹ ਤਾਂ ਹੀ ਬੁਲਾਇਆ ਜਾਂਦਾ ਵੀ ਕਿਉਂਕਿ ਜੇ ਮੈਜੋਰਟੀ ਨਾ ਹੋਵੇ। ਹੁਣ ਸਰਕਾਰ ਨੂੰ ਇਹ ਵੀ ਲੱਗ ਰਿਹਾ, ਦੇਖੋ ਨਾ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਗਈ ਸੀ, ਇਹ ਕਿਹਾ ਗਿਆ ਵੀ ਸਾਡੇ MLA ਨੂੰ ਖਰੀਦਣ ਵਾਸਤੇ 25 ਕਰੋੜ ਰੁਪਏ ਦੀ ਆਫਰ ਦਿੱਤੀ ਗਈ। DGP ਸਾਹਿਬ ਨੂੰ ਸ਼ਿਕਾਇਤ ਹੁੰਦੀ ਹੈ ਪਰ ਕਿੰਨੇ ਮਹੀਨੇ ਹੋ ਗਏ ਨੇ ਉਹਦੀ ਰਿਪੋਰਟ ਦਾ ਵੀ ਕੁਝ ਨਹੀਂ ਨਿਕਲਿਆ ਅਜੇ ਤੱਕ ਵੀ ਸਰਕਾਰ ਨੂੰ ਵਿਪਕਸ਼ ਪੁੱਛ ਸਕਦਾ ਹੈ ਵੀ ਤੁਸੀਂ ਆਖਿਰਕਾਰ ਕਰ ਕੀ ਰਹੇ ਹੋ, ਕੀ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ। ਪਰ ਇਸ ਕਰਕੇ ਵੀ ਸ਼ਾਇਦ ਸਰਕਾਰ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਬੁਲਾਉਣਾ ਚਾਹ ਰਹੀ ਸੱਤਰ। ਪਰ ਹੁਣ ਇਹ ਕਿਹਾ ਜਾ ਰਿਹਾ ਵੀ ਬਜਟ ਬੁਲਾਇਆ ਜਾਏ, ਸਿੱਧਾ ਬਜਟ ਸੈਸ਼ਨ ਹੋਏਗਾ। ਪਰ ਜੇ ਬਜਟ ਦਾ ਸੈਸ਼ਨ ਹੋਏਗਾ
ਤੇ ਕੀ ਉਦੋਂ ਸਵਾਲ ਨਾ ਪੁੱਛੇ ਜਾਣਗੇ। ਮਤਲਬ ਸਾਰੇ ਦੀ ਸਾਰੀ ਜਿਹੜੀ ਗੱਲ ਹੈ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਆਪਣੀ ਦੇਖੋ, ਜੇ ਇਹ ਨਹੀਂ ਅਸੀਂ ਕਹਿ ਸਕਦੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ, ਤੇ ਇਹ ਨਹੀਂ ਕਹਿ ਸਕਦੇ ਵੀ ਸਰਕਾਰ ਨੇ ਕੀਤਾ ਕੁਝ ਨਹੀਂ। ਸਰਕਾਰ ਕੋਲ ਦੱਸਣ ਲਈ ਬਹੁਤ ਚੀਜ਼ਾਂ ਹੈਗੀਆਂ। ਦੇਖੋ ਸਰਕਾਰ ਦੱਸੇ ਵੀ ਅਸੀਂ ਕਿੰਨੀਆਂ ਨੌਕਰੀਆਂ ਜਿਹੜੀਆਂ ਉਨੀਆਂ ਭਰਤੀਆਂ ਕਰ ਲਈਆਂ ਜੀ। ਦੇਖੋ ਅੱਜ ਇੱਕ ਸੀਗੀ, ਇਹਨਾਂ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਕਿ ਉਹਦੇ ਉੱਤੇ ਵੀ ਡਿਸਕਸ ਕਰਾਂਗੇ। ਮਤਲਬ ਭ੍ਰਸ਼ਟਾਚਾਰ ਤੇ ਲਗਾਮ ਲਾਇਆ ਵੀ ਕਈ ਸਾਰੇ ਮੰਤਰੀ ਇੰਨੇ ਨੇ ਸਾਬਕਾ ਮੰਤਰੀ ਜਿਨ੍ਹਾਂ ਨੂੰ ਅੰਦਰ ਕੀਤਾ ਹੈ। ਹਾਲਾਂਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਇਹ ਸਾਰੇ ਆਰੋਪਾਂ ਨੂੰ ਸਾਬਤ ਕਰ ਪਾਉਂਦੀ ਸਰਕਾਰ ਜਾਂ ਨਹੀਂ ਕਰ ਪਾਉਂਦੀ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ। ਕਈ ਅਧਿਕਾਰੀ ਜਿਹੜੇ ਆਈਐਸ ਅਧਿਕਾਰੀ, ਪੀਪੀਐਸ ਅਧਿਕਾਰੀ ਜਾਂ ਹੋਰ ਕਿਸੇ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਇਹ ਵੀ ਅੰਦਰ ਕੀਤੇ ਹਨ। ਮਤਲਬ ਸਰਕਾਰ ਕੋ ਦੱਸਣ ਨੂੰ ਬਹੁਤ ਕੁਝ ਹੈ, ਪਰ ਇਹ ਸਰਕਾਰ ਦਾ ਇਜਲਾਸ ਨਾ ਬੁਲਾਣਾ ਵੀ ਕਿਤੇ ਨਾ ਕਿਤੇ ਇਹ ਵੀ ਜਿਹੜੀ ਹੈ ਵਿਪਕਸ਼ ਦੇ ਹੱਥ ਗੱਲ ਆ ਜਾਂਦੀ ਹੈ। ਇਹਦੇ ਨਾਲ ਇੱਕ ਇਹ ਵੀ ਗੱਲ ਹੈ ਵੀ ਦੇਖੋ ਬਾਰ-ਬਾਰ ਸਰਕਾਰ ਤੇ ਆਰੋਪ ਲੱਗਦੇ ਆ ਵੀ 30,000 ਕਰੋੜ ਦਾ ਜਿਹੜਾ ਕਰਜ਼ਾ ਲਿਆ। ਮੈਂ ਅੱਜ ਸੁਣ ਰਿਹਾ ਸੀਗਾ ਇੱਕ ਜਿਹੜੇ ਨਾ ਉਹਨਾਂ ਦਾ ਕਹਿਣਾ ਵੀ 96-97 ਦੇ ਵਿੱਚ ਪੰਜਾਬ ਸਰਕਾਰ ਦੇ ਉੱਪਰ 15,000 ਕਰੋੜ ਰੁਪਏ ਦਾ ਕਰਜ਼ਾ ਸੀ, ਕਿਉਂਕਿ ਲੋਕਾਂ ਨੂੰ ਹਮੇਸ਼ਾ ਗੁੰਮਰਾਹ ਕੀਤਾ ਜਾਂਦਾ ਕਿ ਪੰਜਾਬ ਨੇ ਕਾਲਾ ਦੌਰ ਦੇਖਿਆ ਤੇ ਉਦੋਂ ਜਿਹੜੀ ਉੱਥੋਂ ਸੈਨਾ ਜਾਂ ਸੀਆਰਪੀ ਜਿਹੜੇ ਵੀ ਸੈਨਿਕ ਬਲ ਲੱਗੇ ਉਹ ਬਹੁਤ ਸਾਰਾ ਜਿਹੜਾ ਉਹਦਾ ਖਰਚਾ ਉਹ ਪੰਜਾਬ ਦੇ ਸਿਰ ਪਾਤਾ ਗਿਆ। ਹੁਣ ਸਰਕਾਰਾਂ ਦੇਖੋ ਪਹਿਲੇ ਜਾਂ ਤੇ ਦੋ ਹੀ ਰਹੀਆਂ, ਜਾਂ ਕਾਂਗਰਸ ਦੀ ਰਹੀ ਹੈ ਜਾਂ ਅਕਾਲੀ ਦਲ ਦੀ ਰਹੀ ਹੈ। ਇਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਵੀ ਕਿਹੜਾ ਕਰਜ਼ਾ ਕਿਹੜੀ ਚੀਜ਼ ਵਾਸਤੇ ਲਿਆ ਗਿਆ, ਆਖਿਰਕਾਰ ਉਹ ਪੈਸਾ ਕਿੱਥੇ ਖਰਚ ਕੀਤਾ, ਉਹ ਪੈਸਾ ਜਦੋਂ ਖਰਚ ਕੀਤਾ ਤੇ ਇਹ ਸੋਚਿਆ ਗਿਆ ਕਰਜ਼ਾ ਲੈਣ ਤੋਂ ਪਹਿਲੇ ਇਹ ਸੋਚਿਆ ਗਿਆ ਵੀ ਇਹਨੂੰ ਵਾਪਸ ਕਿੱਦਾਂ ਕਰਨਾ ਹੈ। ਵੀ ਇਹ ਸਾਰੀਆਂ ਦੇਖੋ, ਨਹੀਂ ਤੇ ਪੰਜਾਬ ਦੇ ਕਰਜ਼ਾ ਤੇ ਚੜਦਾ ਜਾਊਗਾ। ਜਿਵੇਂ ਇਹਨਾਂ ਨੇ 30,000 ਕਰੋੜ ਦਾ ਕਰਜ਼ਾ ਲੈ ਲਿਆ, ਕਿਹਾ ਜਾ ਰਿਹਾ ਵੀ ਕਰਜ਼ ਲਾਉਣ ਵਾਸਤੇ ਕਰਜ਼ਾ ਲਿਆ ਜਾ ਰਿਹਾ ਵੀ ਸਰਕਾਰ ਜਿਹੜੀ ਹੈ ਵਿਧਾਨ ਸਭਾ 'ਚ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਹੀ ਦੇਖੋ ਪੰਜਾਬ ਦੇ ਮੁੱਦਿਆਂ ਤੁਸੀਂ ਲੋਕਾਂ ਦੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ ਤੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਵੀ ਜਿਹੜੀਆਂ ਸੁੱਖ ਸੁਵਿਧਾਵਾਂ ਤੁਸੀਂ ਲੈ ਰਹੇ ਹੋ ਜਨਤਾ ਦੇ ਦਿੱਤੇ ਟੈਕਸ ਦੀਆਂ, ਕੀ ਉਹਦਾ ਜਿਹੜੀ ਭਰਪਾਈ ਕਰ ਰਹੇ ਹੋ, ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਤੁਸੀਂ ਸਹੀ ਢੰਗ ਨਾਲ ਨਿਭਾ ਰਹੇ ਹੋ ਜਾਂ ਨਹੀਂ ਨਿਭਾ ਰਹੇ। ਹੁਣ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ। ਮੈਂ ਫਿਰ ਦੁਬਾਰਾ ਕਹਿ ਰਿਹਾ ਵੀ ਉਹ ਪੈਸਾ ਕਿੱਥੇ ਗਿਆ, ਵੀ ਜਿਹਨੇ ਵੀ ਗਲਤੀ ਕੀਤੀ ਜਿਹਦੇ ਪੰਜਾਬ ਦੀ ਇਸ ਦੁਰਦਸ਼ਾ ਲਈ ਜਿਹੜਾ ਵੀ ਜ਼ਿੰਮੇਦਾਰ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ। ਪਤਾ ਲੱਗਣਾ ਚਾਹੀਦਾ ਵੀ ਇਹਨਾਂ ਨੇ ਆਪਣੇ ਵੱਡੇ ਵੱਡੇ ਮਹਿਲ ਬਣਾ ਲਏ, ਵੱਡੇ ਵੱਡੇ ਹੋਟਲ ਬਣਾ ਲਏ ਜਾਂ ਵੱਡੀਆਂ ਵੱਡੀਆਂ ਕੰਪਨੀਆਂ ਖੜੀਆਂ ਕਰ ਲਈਆਂ ਸਿਰਫ ਪੰਜਾਬ ਨੂੰ ਕਰਜ਼ ਦੀ ਦਲਦਲ ਦੇ ਵਿੱਚ ਧਕੇਲ ਕੇ। ਭੁਪਿੰਦਰ ਸਾਹਿਬ, NRI ਸੰਮੇਲਨ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ, ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਜੀ ਦੀ ਅਗਵਾਈ ਹੇਠ। ਹੁਣ ਉਹਨਾਂ ਦੀਆਂ ਤੇ ਮੁਸ਼ਕਲਾਂ ਹੱਲ ਕਰਨ ਵਾਸਤੇ ਬੁਲਾਇਆ ਗਿਆ ਸੀ, ਜਿਹੜਾ ਸੰਮੇਲਨ ਕਰਵਾਇਆ ਜਾ ਰਿਹਾ ਸੀ। ਹੁਣ NRIਆਂ ਨੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਸਾਡੇ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸੰਮੇਲਨਾਂ ਦੇ ਵਿੱਚ। ਹਾਂ, ਇਹ ਨਾ ਅੱਜ ਹੀ ਇੱਕ ਟ੍ਰਿਬਿਊਨ ਦੇ ਵਿੱਚ ਖਬਰ ਨਸ਼ਰ ਹੋਈ ਹੈ, ਮੈਂ ਪੜ੍ਹ ਰਿਹਾ ਸੀਗਾ ਵੀ ਉਹਨਾਂ ਦਾ ਇਹ ਕਹਿਣਾ ਵੀ ਐਪ ਸਰਕਾਰ ਕਰਾ ਰਹੀ ਹੈ NRI ਪੰਜਾਬੀਆਂ ਨਾਲ ਮਿਲਣੀ ਸਮਾਰੋਹ ਜੀ। ਇਹ ਸ਼ੁਰੂ ਹੋਏ ਸੀਗੇ ਦਸੰਬਰ 16 ਤੋਂ ਜਲੰਧਰ ਹੋ ਚੁੱਕਿਆ ਹੈ, 19 ਦਸੰਬਰ ਨੂੰ ਫਿਰ ਮੁਹਾਲੀ ਹੋਇਆ, ਫਿਰ 23 ਦਸੰਬਰ ਨੂੰ ਲੁਧਿਆਣਾ 'ਚ ਹੋਇਆ, ਹੁਣ 26 ਨੂੰ ਮੋਗਾ 'ਚ ਹੋਇਆ, 2 ਦਿਨ ਬਾਅਦ ਅੰਮ੍ਰਿਤਸਰ 'ਚ ਹੋਣਾ 30 ਦਸੰਬਰ ਨੂੰ। ਤੇ ਪੰਚਾਇਤੀ ਰਾਜ ਮੰਤਰੀ ਤੇ ਆਪਣੇ NRI ਜਿਹੜੇ ਦੇ ਮਾਮਲਿਆਂ ਦੇ ਮਿਨਿਸਟਰ ਨੇ ਕੁਲਦੀਪ ਸਿੰਘ ਧਾਲੀਵਾਲ ਉਹ ਕਰ ਰਹੇ, ਬਹੁਤ ਸਾਰੇ NRIs ਦੀਆਂ ਮੁਸ਼ਕਲਾਂ ਹੱਲ ਵੀ ਕਰ ਰਹੇ ਨੇ। ਉਹ ਬਹੁਤ ਸਾਰੇ NRIs ਉੱਥੇ ਸ਼ਿਕਾਇਤਾਂ ਵੀ ਲੈ ਕੇ ਜਾ ਰਹੇ ਵੀ ਕਿਸ ਤਰ੍ਹਾਂ ਸਾਡੀਆਂ ਜ਼ਮੀਨਾਂ ਦੱਬੀਆਂ, ਜ਼ਮੀਨਾਂ ਕਬਜ਼ੇ ਮੁਕਤ ਕਰਾਓ। ਉੱਥੇ ਮੌਕੇ ਤੇ ਕੁਝ ਆਰਡਰ ਵੀ ਪਾਸ ਕਰ ਰਹੇ ਨੇ। ਪਰ ਹੁਣ ਜਿਹੜੀ ਇਹ ਸਾਹਮਣੇ ਆ ਰਹੀ ਵੀ ਜਿਹੜਾ ਪੈਸਾ ਜਿਹੜਾ ਵੀ ਖਰਚ ਕੀਤਾ ਜਾਣਾ ਨਾ ਇਹਦੇ ਉੱਤੇ, ਜਿਵੇਂ ਉੱਥੇ ਟੈਂਟ ਲੱਗਣੇ ਨੇ ਜਾਂ ਹੋਰ ਕੋਈ ਅਰੇਂਜਮੈਂਟ ਹੋਣਾ, ਉਹ ਪੈਸਾ ਜਿਹੜਾ ਉਹ NRI ਸਭਾ ਦਾ ਖਰਚ ਕੀਤਾ ਜਾ ਰਿਹਾ। ਹੁਣ ਇਹਦੇ ਵਿੱਚ ਡਿਵੀਜ਼ਨਲ ਕਮਿਸ਼ਨਰ ਜਿਹੜੇ ਨੇ ਗੁਰਪ੍ਰੀਤ ਸਪਰਾ, ਉਹਨਾਂ ਦੀ ਵੀ ਛਪਿਆ ਵੀ ਉਹਨਾਂ ਦਾ ਕਿਹਾ ਵੀ ਇਹ ਪੈਸਾ ਟ੍ਰਾਂਸਫਰ ਕੀਤਾ ਸਰਕਾਰ ਦੇ ਆਰਡਰ ਸੀਗੇ 10 ਲੱਖ ਰੁਪਇਆ ਤਾਂ ਆਰਡਰ ਕੀਤਾ ਜਿੱਥੇ ਜਿੱਥੇ ਸੰਮੇਲਨ ਹੋ ਰਿਹਾ ਉਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜੀ। ਪਰ ਜਿਹੜੇ ਜਸਵੀਰ ਸਿੰਘ ਗਿੱਲ ਨੇ ਜਿਹੜੇ NRI ਐਕਸ ਪ੍ਰੈਜ਼ੀਡੈਂਟ ਰਹੇ ਨੇ ਸਭਾ ਦੇ, ਉਹਨਾਂ ਦਾ ਕਹਿਣਾ ਵੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ ਵੀ ਇਸ ਤਰ੍ਹਾਂ ਸਾਡੇ ਪੈਸੇ ਖਰਚ ਕਰੇ, ਕਿਉਂਕਿ ਅਸੀਂ ਤੇ NGO ਆ, ਅਸੀਂ ਤੇ ਕੋਈ ਮਤਲਬ ਸਾਨੂੰ ਸਰਕਾਰ ਕੋਈ ਫੰਡ ਥੋੜੀ ਦਿੰਦੀ ਹੈ। ਜੇ ਸਾਨੂੰ ਫੰਡ ਨਹੀਂ ਦਿੰਦੀ ਤੇ ਸਾਡੇ ਫੰਡ ਜਿਹੜੇ ਹੈ ਉਹਨਾਂ ਦਾ ਮਿਸਯੂਜ਼ ਕਰਨ ਦਾ ਕੀ ਮਤਲਬ ਹੈ। ਇਸ ਤਰ੍ਹਾਂ ਹੀ ਇੱਕ ਹੋਰ ਨੇ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਨੇ ਕਮਲਜੀਤ ਸਿੰਘ ਹੇਰ, ਉਹਨਾਂ ਨੇ ਵੀ ਕਿਹਾ ਵੀ ਇਹ ਪੈਸਾ ਜਿਹੜਾ ਇਸ ਤਰ੍ਹਾਂ ਯੂਜ਼ ਨਹੀਂ ਹੋਣਾ ਚਾਹੀਦਾ, ਵੀ ਸਾਨੂੰ ਕੋਈ ਗ੍ਰਾਂਟ ਤਾਂ ਆਂਦੀ ਨਹੀਂ, ਹੁਣ ਇਹ ਪੈਸਾ ਕਿਉਂ ਯੂਜ਼ ਕਰ ਰਹੀ ਹੈ, ਬੜਾ ਕਹਿੰਦੇ ਸੀਰੀਅਸ ਇਸ਼ੂ ਆ ਤੇ ਸਰਕਾਰ ਨੂੰ ਐਕਸਪਲੇਨ ਕਰਨਾ ਚਾਹੀਦਾ। ਅੱਜ ਮੈਂ ਫੋਨ ਕੀਤਾ ਸੀ ਧਾਲੀਵਾਲ ਸਾਹਿਬ ਨੂੰ ਇਸੇ ਸੰਬੰਧੀ ਗੱਲ ਕਰਨ ਵਾਸਤੇ, ਸ਼ਾਇਦ ਉਹ ਬਿਜ਼ੀ ਹੋਣੇ, ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਪਾਈ। ਪਰ ਜੋ ਵੀ ਹੈ, ਜੇ ਸ਼ੰਕਾਵਾਂ ਨੇ ਕੁਝ NRI ਪਰਿਵਾਰਾਂ ਦੀਆਂ ਤੇ ਉਹ ਭਰਾਵਾਂ ਦੀਆਂ, ਉਹਨੂੰ ਦੂਰ ਕਰਨਾ ਚਾਹੀਦਾ ਵੀ ਵਾਕਈ ਸਰਕਾਰ ਕਲੀਅਰ ਕਰੇ ਵੀ ਇਹ ਜਿਹੜੇ ਸੰਮੇਲਨ ਕਰਾਏ ਜਾ ਰਹੇ ਨੇ ਇਹ ਪੈਸਾ ਜਿਹੜਾ NRI ਸਭਾ ਦਾ ਯੂਜ਼ ਹੋ ਰਿਹਾ ਜਾਂ ਨਹੀਂ ਹੋ ਰਿਹਾ, ਕਿਉਂਕਿ ਇਸ ਵੇਲੇ ਆਰੋਪ ਨੇ ਜਿਹੜੇ ਵਿਰੋਧੀਆਂ ਨੂੰ ਇੱਕ ਵੱਡਾ ਮੁੱਦਾ ਵੀ ਮਿਲ ਸਕਦਾ ਹੈ।
ਇਸ ਕਰਕੇ ਸਰਕਾਰ ਨੂੰ ਖਾਸ ਕਰ ਜਿਹੜੇ ਮੰਤਰੀ ਨੇ ਕੈਬਨਿਟ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੂੰ ਇਹ ਕਲੀਅਰ ਕਰਨਾ ਚਾਹੀਦਾ ਵੀ ਇਹ ਜੇ ਪੈਸਾ ਵਾਕਈ NRI ਮਿਲਣੀ ਸੰਮੇਲਨਾਂ ਤੇ NRI ਸਭਾ ਦਾ ਹੀ ਪੈਸਾ ਖਰਚ ਹੋ ਰਿਹਾ ਜਾਂ ਸਰਕਾਰ ਆਪਣੇ ਲੈਵਲ ਤੇ ਇਹ ਫੰਕਸ਼ਨ ਕਰਾ ਰਹੀ ਹੈ। ਡਾਕਟਰ ਸਾਹਿਬ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਆ ਰਹੀ ਹੈ ਜੀ। ਕਿਹਾ ਜਾ ਰਿਹਾ ਕਿ ਉਹਨੂੰ ਲੈ ਕੇ ਕਾਫੀ ਜਿਹੜੇ ਕਾਂਗਰਸੀ ਨੇ ਉਹ ਪੱਬਾਂ ਭਾਰ ਹੋ ਗਏ ਨੇ, ਤੇ ਜਿੱਥੇ ਵੇਖਿਆ ਜਾਵੇ ਕਿ ਪੰਜਾਬ 'ਚ ਆਏ ਦਿਨ ਕਿਸਾਨਾਂ ਦੇ ਧਰਨੇ, ਹੋਰ ਜੀਰਾ ਫੈਕਟਰੀ ਦੇ ਬਾਹਰ ਵੀ ਇੱਕ ਧਰਨਾ ਲੱਗਾ ਹੋਇਆ, ਤੇ ਕੀ ਲੱਗਦਾ ਕਿ ਜਦੋਂ ਇੱਥੇ ਆਣਗੇ ਤੇ ਫਿਰ ਉਧਰ ਨੂੰ ਵੀ ਉਹ ਕੂਚ ਕਰਨਗੇ? ਦੇਖੋ, ਹਜੇ ਤੇ ਕੋਈ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਹੈ ਉਹਦਾ ਉੱਥੇ ਜੀਰੇ ਫੈਕਟਰੀ ਦੇ ਬਾਹਰ ਲੱਗੇ ਧਰਨੇ ਦੇ ਵਿੱਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਪਰ ਜਿਹੜਾ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਸੋਚ ਰਹੀ ਹੈ ਵੀ ਜਦੋਂ ਰਾਹੁਲ ਗਾਂਧੀ ਸਾਹਿਬ ਇੱਥੇ ਆਣ ਤੇ ਉਹਨਾਂ ਨੂੰ ਉੱਥੇ ਵੀ ਲੈ ਕੇ ਜਾਇਆ ਜਾਏ। ਹੁਣ ਰਾਹੁਲ ਗਾਂਧੀ ਜੀ ਨੇ ਇੱਥੇ ਫਸਟ ਵੀਕ ਆਫ ਜਨਵਰੀ ਦੇ ਪਹਿਲੇ ਹਫਤੇ ਆਉਣਾ ਇਹਨਾਂ ਨੇ ਇੱਥੇ ਅਗਲੇ ਸਾਲ, ਤੇ ਉਹ ਇੱਥੇ 9 ਦਿਨ ਰਹਿਣ ਦਾ ਉਹਨਾਂ ਦਾ ਪ੍ਰੋਗਰਾਮ ਹੈਗਾ। ਹਜੇ ਕਿ ਜਿਹੜੀ ਸਾਡੇ ਕੋਲ ਰਿਪੋਰਟ ਹੈ ਉਹ ਐਂਟਰ ਜਿਹੜੀ ਹੋਏਗੀ ਇਹਨਾਂ ਦੀ ਯਾਤਰਾ ਉਹ ਸ਼ੰਭੂ ਬੈਰੀਅਰ ਤੋਂ ਐਂਟਰ ਹੋਏਗੀ, ਫਿਰ ਜਾਏਗੀ ਫਤਿਹਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਦਸੂਹਾ, ਮਕੇਰੀਆਂ ਤੇ ਪਠਾਨਕੋਟ ਦੇ ਵੱਲੋਂ ਇਹ ਫਿਰ ਨਿਕਲ ਜਾਏਗੀ ਬਾਹਰ ਨੂੰ। ਹੁਣ ਹਿਮਾਚਲ ਪ੍ਰਦੇਸ਼ ਦੀ ਸਰਕਾਰ ਬਣੀ ਹੈ ਕਾਂਗਰਸ ਦੀ ਹਿਮਾਚਲ, ਉਸ ਤੋਂ ਬਾਅਦ ਪਹਿਲੀ ਵਾਰੀ ਮੀਟਿੰਗ ਹੋਈ ਹੈ ਪੰਜਾਬ ਕਾਂਗਰਸ ਭਵਨ ਦੇ ਵਿੱਚ। ਉਹਦੇ 'ਚ ਸੀਗੇ ਜਿਹੜੇ ਵੇਨੂਗੋਪਾਲ ਨੇ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਨੇ KC ਵੇਨੂਗੋਪਾਲ, ਤੇ ਉਹ ਨਾਲ ਜਿਹੜੇ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਚੌਧਰੀ, ਉਹ ਵੀ ਸ਼ਾਮਲ ਹੋਏ ਸੀਗੇ। ਵੀ ਡਿਸਕਸ ਕੀਤਾ ਗਿਆ ਵੀ ਇਹ ਕੀ ਰਾਹੁਲ ਗਾਂਧੀ ਸਾਹਿਬ ਨੂੰ ਉੱਥੇ ਲਿਆ ਜਾਵੇ, ਉੱਥੇ ਲੈ ਜਾਇਆ ਜਾਵੇ, ਕਿਉਂਕਿ ਉਹ ਕਹਿੰਦੇ ਵੀ ਹੋ ਸਕਦਾ ਵੀ ਕਿਸਾਨਾਂ ਦਾ ਜਿਹੜਾ ਸਮਰਥਨ ਹਾਸਲ ਕਰਨ ਵਾਸਤੇ ਤੁਸੀਂ ਕਾਂਗਰਸ ਉੱਥੇ ਇਸ ਤਰ੍ਹਾਂ ਕਰ ਸਕਦੀ ਹੈ। ਰਾਹੁਲ ਗਾਂਧੀ ਹੋ ਸਕਦਾ ਜਦੋਂ ਇੱਥੇ ਆਉਣ ਉਹਨਾਂ ਨੂੰ ਸਮਝਾਇਆ ਜਾਏ ਵੀ ਇਹ ਮੁੱਦੇ ਦੀ ਇੰਪੋਰਟੈਂਸ ਕੀ ਹੈ। ਜਿਵੇਂ ਤੁਹਾਨੂੰ ਯਾਦ ਹੈ ਕਿ ਕਿਸ ਤਰ੍ਹਾਂ ਬਹੁਤ ਦਿਨਾਂ ਤੋਂ, ਕਈ ਮਹੀਨਿਆਂ ਤੋਂ ਉੱਥੇ ਕਿਸਾਨ ਧਰਨੇ ਤੇ ਬੈਠੇ ਹੋਏ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਫੈਕਟਰੀ ਦੇ ਨਾਲ ਸਾਡੇ ਆਸ-ਪਾਸ ਦੇ ਜਿਹੜੇ ਪਿੰਡ ਆ ਉਹਨਾਂ ਦਾ ਪਾਣੀ ਦੂਸ਼ਿਤ ਹੋ ਗਿਆ। ਕਮੇਟੀਆਂ ਵੀ ਬਣਾਤੀਆਂ ਸਰਕਾਰ ਵੱਲੋਂ 4 ਜਿਹੜੀਆਂ ਕਿ ਉੱਥੇ ਮਿੱਟੀ ਦੀ ਜਾਂਚ ਕਰਨਗੀਆਂ, ਲੋਕਾਂ ਦੀ ਜਾਂਚ ਕਰਨਗੀਆਂ। ਹੁਣ ਇਹ ਕਿਉਂਕਿ ਇਸ ਵੇਲੇ ਇਹ ਭਖਦਾ ਮੁੱਦਾ ਹੈ। ਕਿਸਾਨਾਂ ਨੇ, ਤੁਹਾਨੂੰ ਪਤਾ ਕਿ ਇਸ ਤਰ੍ਹਾਂ ਸੈਂਟਰ ਗਵਰਨਮੈਂਟ ਦੇ ਖਿਲਾਫ ਵੀ 3 ਕ੍ਰਿਸ਼ੀ ਕਾਨੂੰਨਾਂ ਨੂੰ ਲੈ ਕੇ ਕਿੱਦਾਂ ਲੰਬੇ ਸਮੇਂ ਤੱਕ ਧਰਨਾ ਦਿੱਤਾ ਸੀ। ਉਹ ਕਾਂਗਰਸ ਵੀ ਕਿਤੇ ਨਾ ਕਿਤੇ ਲੱਗੇਗਾ ਕਾਂਗਰਸ ਨੂੰ ਬਈ ਅਸੀਂ ਕਾਂਗਰਸ ਕਿਸਾਨਾਂ ਦਾ ਸਮਰਥਨ ਹਾਸਲ ਕਰ ਰਹੀ ਹੈ। ਹੁਣ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਵੇਲੇ ਜੋ ਹਾਲਾਤ ਲੱਗ ਰਹੇ ਨੇ ਉੱਥੇ, ਜੋ ਲੱਗ ਰਿਹਾ ਨਾ ਜੀਰੇ ਫੈਕਟਰੀ ਦੇ ਬਾਹਰ, ਉਹ ਜੋ ਸਾਰੀ ਰਿਪੋਰਟਾਂ ਸਾਹਮਣੇ ਆ ਰਹੀਆਂ, ਉੱਥੇ ਕੋਈ ਐਡਮਿਨਿਸਟ੍ਰੇਸ਼ਨ ਵੀ ਬਹੁਤ ਵਧੀਆ ਰੋਲ ਪਲੇ ਨਹੀਂ ਕਰ ਰਹੀ। ਕਿਉਂਕਿ ਦੇਖੋ ਕਿਸਾਨ ਕਿੰਨੇ ਸਮੇਂ ਤੋਂ ਉੱਥੇ ਧਰਨੇ ਤੇ ਬੈਠੇ, 5 ਜੇ ਹੁਣ ਕਮੇਟੀਆਂ ਬਣ ਸਕਦੀਆਂ ਤੇ ਕੀ ਪਹਿਲੇ ਸਰਕਾਰ ਨੂੰ ਗੁੰਮਰਾਹ ਕੀਤਾ ਗਿਆ ਵੀ ਇੱਥੋਂ NGT ਨੇ ਕਿਹਾ ਜਾਂਦਾ ਸੀ ਸੈਂਪਲ ਲੈ ਲਏ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਸੈਂਪਲ ਲੈ ਲਏ, ਪਰ ਕਿਸਾਨਾਂ ਨੇ ਕਹਿਤਾ ਵੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਇੱਥੇ ਬਿਲਕੁਲ ਨਾ ਆਉਣ, ਸਾਨੂੰ ਉਹਨਾਂ ਤੇ ਤਬਾਰ ਨਹੀਂ ਹੈ। ਹੁਣ ਕੱਲ ਦੇਖੋ ਉੱਥੇ ਰਕੇਸ਼ ਟਕੈਤ ਵੀ ਗਏ ਨੇ। ਹੁਣ ਇਹ ਵੀ ਕਿਹਾ ਜਾ ਰਿਹਾ ਵੀ ਸਾਡਾ ਹੱਲ ਨਾ ਨਿਕਲਿਆ ਤੇ ਕਿਸਾਨ ਜਿਹੜੇ ਟਰੈਕਟਰ ਮਾਰਚ ਵੀ ਕਰ ਸਕਦੇ ਨੇ। ਮਤਲਬ ਇਹ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਸ਼ੰਕਾਵਾਂ ਨੇ, ਜਾਂ ਕਿਸਾਨ ਹੈ ਚਾਹੇ ਉਹ ਆਮ ਜਨਤਾ ਹੈ, ਜੇ ਉਹਨਾਂ ਨੂੰ ਕੋਈ ਸ਼ੰਕਾ ਸ਼ੁਭਾ ਹੈ ਵੀ ਸਾਡੇ ਨਾਲ ਕੋਈ ਗਲਤ ਹੋ ਰਿਹਾ ਜਾਂ ਅਸੀਂ ਕੋਈ ਪਾਣੀ ਪੀ ਕੇ ਬਿਮਾਰ ਹੋ ਰਹੇ ਹਾਂ, ਸਾਡੇ ਬੱਚੇ ਬਿਮਾਰ ਹੋ ਰਹੇ ਨੇ, ਸਾਡੇ ਪਸ਼ੂ ਬਿਮਾਰ ਹੋ ਰਹੇ ਨੇ ਜਾਂ ਫਸਲਾਂ ਖਰਾਬ ਹੋ ਰਹੀਆਂ, ਵੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹਨਾਂ ਦੀਆਂ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਤੇ ਉਹਨਾਂ ਦੀਆਂ ਸ਼ੰਕਾਵਾਂ ਦੂਰ ਕਰੇ। ਕਿਉਂਕਿ ਸਰਕਾਰ ਕੋਲ ਤਾਂ ਪੂਰਾ ਤੰਤਰ ਹੈ। ਹੁਣ ਜੇ ਉਹ ਸਾਇੰਟੀਫਿਕ ਤਰੀਕੇ ਨਾਲ ਉਹਨਾਂ ਨੂੰ ਸਮਝਾਓ ਤੇ ਹਜੇ ਜੋ ਲੱਗ ਰਿਹਾ ਕਿ ਹਜੇ ਤੇ ਮੰਨ ਤੇ ਗਏ ਨੇ ਕਿਸਾਨ ਤੇ, ਪਰ ਹਜੇ ਵੀ ਮਾਮਲਾ ਛੇਤੀ ਸੁਲਝਦਾ ਦਿਖਦਾ ਨਹੀਂ। ਕਿਉਂਕਿ ਉੱਥੇ ਜਿਹੜੀ ਹੈ ਹਜੇ ਵੀ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਹੈਗੀਆਂ ਤੇ ਕਿਸਾਨ ਜਥੇਬੰਦੀਆਂ ਉੱਥੇ ਆ ਵੀ ਰਹੀਆਂ। ਨਾਲ ਦੀ ਨਾਲ ਤੁਹਾਨੂੰ ਇਹ ਵੀ ਯਾਦ ਹੈ ਕਿ ਉਧਰੋਂ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਵੀ ਆਉਣ ਵਾਲੇ ਨੇ ਬਾਹਰ। ਹੁਣ ਕਾਂਗਰਸ ਦੇ ਵਿੱਚ ਇਹ ਵੀ ਬੜੀ ਖਿੱਚਤਾਣ ਹੈ ਵੀ ਨਵਜੋਤ ਸਿੰਘ ਸਿੱਧੂ ਦਾ ਰੁਖ ਕੀ ਹੋਏਗਾ, ਵੀ ਜੇ ਉਹ ਬਾਹਰ ਆਣਗੇ ਤੇ ਸਿੱਧੂ ਸਾਹਿਬ ਜਾਣਗੇ ਕਿੱਧਰ। ਹੁਣ ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਮਨਪ੍ਰੀਤ ਬਾਦਲ ਸ਼ਾਮਲ ਨਹੀਂ ਹੋਏ। ਮਨਪ੍ਰੀਤ ਬਾਦਲ ਜਿਹੜੇ ਕਿ ਫਾਈਨਾਂਸ ਮਿਨਿਸਟਰ ਨੇ, ਪਹਿਲੇ PPP ਬਣਾਈ ਸੀ ਉਹਨਾਂ ਨੇ, ਅਕਾਲੀ ਦਲ 'ਚ ਵੀ ਫਾਈਨਾਂਸ ਮਿਨਿਸਟਰ ਰਹੇ ਨੇ, ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਵੀ ਉਹਨਾਂ ਦਾ ਬਹੁਤ ਜ਼ਿਆਦਾ ਸੁਖਾਵੇਂ ਸੰਬੰਧ ਨਹੀਂ ਹੈ ਉਹਨਾਂ ਦਾ। ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੱਛੇ ਕਿਹਾ ਸੀਗਾ ਵੀ ਦੇਖੋ ਬਾਹਰ ਦੇ ਜਿਹੜੇ ਬੰਦੇ ਆਏ ਮੈਂ ਉਹਨਾਂ ਨੂੰ ਹਰਾਇਆ ਵੀ ਸੀਗਾ, ਉਹਨਾਂ ਨੂੰ ਮੰਤਰੀ ਬਣਾਤਾ ਗਿਆ, ਕਿਤੇ ਕਿਤੇ ਉਹਨਾਂ ਦਾ ਦਰਦ ਝਲਕਿਆ ਸੀ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੇਰੀ ਬਹੁਤ ਨਜ਼ਰ ਹੈ, ਮੈਂ 200 ਬੰਦੇ ਦੀ ਲਿਸਟ ਹੈ ਜਿਹੜਾ ਬਾਹਰ ਕਰਤਾ ਜਾਏਗਾ, ਜਿਹੜਾ ਅਨੁਸ਼ਾਸਨਹੀਨਤਾ ਬਿਲਕੁਲ ਜਿਹੜੀ ਹੈ ਸਹਿਨ ਨਹੀਂ ਕੀਤੀ ਜਾਏਗੀ।
ਹੁਣ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਆ, ਕੌਣ ਜਿਹੜੇ ਆ ਉਹਦੇ ਨਾਲ ਹੁੰਦੇ ਆ, ਕੌਣ ਨਹੀਂ ਹੁੰਦੇ। ਪਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜੇ ਸਰਕਾਰ ਦੇਖੋ ਇੱਕ ਡਿਸਟਿਲਰੀ ਦੇ ਆਸ-ਪਾਸ ਦੀ ਇਹ ਜਾਂਚ ਕਰਾ ਰਹੀ ਹੈ, ਕਿਉਂ ਨਾ ਸਾਰੀਆਂ ਡਿਸਟਿਲਰੀਆਂ ਦੀ ਜਾਂਚ ਕਰਾ ਲਵੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਡਿਸਟਿਲਰੀਆਂ, ਵੀ ਉਹਦੇ ਆਲੇ ਦੁਆਲੇ ਕੀ ਹਾਲ ਹੈ, ਵੀ ਉੱਥੇ ਵੀ ਇਹੋ ਹਾਲਤ ਨਹੀਂ ਹੈ ਵੀ ਬੋਰਵੈਲ 'ਚ ਪਾਣੀ ਜਾਈ ਜਾਂਦਾ। ਵੀ ਜਿਵੇਂ 14 ਸਾਲ ਪਹਿਲੇ ਕਮੇਟੀ ਬਣੀ ਸੀ, ਅਸੀਂ ਕੱਲ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਵਿਧਾਨ ਸਭਾ ਕਮੇਟੀ ਬਣਦੀ ਹੈ, ਨਿਰਮਲ ਸਿੰਘ ਕਾਹਲੋਂ ਤੇ ਨਾਲ ਹਰਮੀਤ ਸੰਧੂ ਹੋਰ ਵੀ ਕੁਝ ਲੀਡਰ ਜਾਂ ਮਤਲਬ ਸਕਾਟਲੈਂਡ ਤੱਕ ਚਲੇ ਜਾਂਦੇ ਨੇ। ਉਹ ਰਿਪੋਰਟ 2.5 ਸਾਲ ਬਾਅਦ ਆਪਣੀ ਕਮੇਟੀ ਰਿਪੋਰਟ ਦਿੰਦੀ ਹੈ, ਉਹ ਰਿਪੋਰਟ ਨੂੰ ਪੜ੍ਹ ਲਓ ਯਾਰ, ਉਹ ਰਿਪੋਰਟ 'ਚ ਕੀ ਸੀਗਾ। ਮਤਲਬ ਇਹ ਕੁੱਲ ਮਿਲਾ ਕੇ ਜਾਂ ਤੇ ਅਧਿਕਾਰੀਆਂ ਨੂੰ ਲੱਗਦਾ ਹੈ ਵੀ ਅਸੀਂ ਨੋਟ ਖਾਣੇ ਆ ਤੇ ਸੋਨੇ ਦੇ ਬਿਸਕੁਟ ਖਾਣੇ ਆ ਤੇ ਠੀਕ ਹੈ, ਜਾਂ ਸਾਡੀਆਂ ਨਸਲਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਕਿਤੇ ਨਾ ਕਿਤੇ ਦੇਖੋ, ਜੇ ਗਲਤ ਅੱਗ ਕਹਿੰਦੇ ਨਾ ਕੋਈ ਲੱਗਦੀ ਤੇ ਧੂਆਂ ਉੱਡਦਾ, ਵੀ ਜੇ ਕਿਸਾਨ ਜਥੇਬੰਦੀਆਂ ਜਾਂ ਉੱਥੋਂ ਦੇ ਲੋਕ ਧਰਨਾ ਦੇ ਰਹੇ ਵੀ ਉਹ ਕਿਸੇ ਤਕਲੀਫ 'ਚ ਤਾਂ ਹੋਣਗੇ ਨਾ, ਉਹਨਾਂ ਨੂੰ ਕੋਈ ਨਾ ਕੋਈ ਮੁਸ਼ਕਲ ਤੇ ਹੋਏਗੀ, ਨਹੀਂ ਤਾਂ ਇੰਨੀ ਠੰਡ 'ਚ ਕਿਹਦਾ ਜੀ ਕਰਦਾ ਉੱਥੇ ਧਰਨੇ 'ਤੇ ਬਹਿਣ ਨੂੰ। ਜੀ ਪੰਜਾਬ ਸਰਕਾਰ ਟ੍ਰੈਫਿਕ ਵਿੰਗ ਇੱਕ ਵਾਰੀ ਫਿਰ ਤੋਂ ਦੁਬਾਰਾ ਬਹਾਲ ਕਰਨ ਜਾ ਰਹੀ ਹੈ। ਹਾਂ, ਤੁਹਾਨੂੰ ਇਹ ਵੀ ਦੱਸਦੇ ਆ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਇਹ ਵਿੰਗ ਜਿਹੜਾ ਭੰਗ ਕੀਤਾ ਸੀ ਉਦੋਂ ਚੀਫ ਮਿਨਿਸਟਰ ਹੁੰਦੇ ਸੀ ਬੇਅੰਤ ਸਿੰਘ ਜੀ, 1992 ਦੇ ਵਿੱਚ। ਲਗਭਗ 30 ਸਾਲ ਬਾਅਦ ਇਹ ਜਿਹੜੀ ਹੈ ਇਹ ਟ੍ਰੈਫਿਕ ਵਿੰਗ ਨੂੰ ਬਹਾਲ ਕੀਤਾ ਜਾ ਰਿਹਾ ਹੈ। ਹੁਣ ਇਹ ਵੀ ਦੱਸੋ, ਰਿਸ਼ਵਤਖੋਰੀ ਲਈ ਬਦਨਾਮ ਸੀ ਉਦੋਂ ਵਿੰਗ, ਰਿਸ਼ਵਤਖੋਰੀ ਕਿੱਥੇ ਨਹੀਂ, ਅਜੇ ਕਿਹੜੀ ਰਿਸ਼ਵਤਖੋਰੀ ਬੰਦ ਹੋ ਗਈ ਹੈ, ਰੋਜ਼ ਹੀ ਕੋਈ ਨਾ ਕੋਈ ਵਿਜੀਲੈਂਸ ਵਾਲੇ ਫੜ ਲੈਂਦੇ ਕਿਸੇ ਨਾ ਕਿਸੇ ਨੂੰ, ਪੁਲਿਸ ਵਾਲੇ ਵੀ ਤੇ ਦੂਸਰੇ ਵੀ। ਉਹ ਜਾ ਰਹੇ ਸੀ ਜਲੰਧਰ ਦੇ ਝੇੜੂ ਪੁਲ ਦੇ ਕੋਲੋਂ ਲੰਘ ਰਹੇ ਸੀਗੇ ਤੇ ਉੱਥੇ ਉਹਨਾਂ ਦਾ ਜਿਹੜਾ ਕਾਫਲਾ ਹੈ, VIP CM ਸਾਹਿਬ ਨੇ, ਤੇ ਜਾਮ 'ਚ ਫਸ ਜਾਂਦੇ ਹੋ। ਜਦੋਂ ਪਤਾ ਲੱਗ ਕੇ ਪੁੱਛਦੇ ਵੀ ਇੱਥੇ ਕਿਉਂ ਜਾਮ ਕਿਉਂ ਲੱਗਾ, ਤੇ ਪਤਾ ਲੱਗਦਾ ਵੀ ਇੱਥੇ ਕੋਲ ਹੀ ਇੱਕ ਟ੍ਰੈਫਿਕ ਵਾਲੇ ਨੇ ਨਾਕਾ ਲਾਇਆ ਤੇ ਉਹ ਵਸੂਲੀ ਕਰ ਰਹੇ ਨੇ। ਤੇ ਵਸੂਲੀ ਕਰਨ ਦੀਆਂ ਸ਼ਿਕਾਇਤਾਂ ਪਹਿਲੇ ਵੀ ਆਉਂਦੀਆਂ ਸੀ ਵੀ ਟ੍ਰੈਫਿਕ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਤੇ ਪੈਸੇ ਲੈਂਦੇ ਆ, ਨਹੀਂ ਤੇ ਚਲਾਨ ਕੱਢਦੇ ਆਗੇ, ਡਰਾਉਂਦੇ ਉਹਨਾਂ ਨੂੰ। ਉਹ ਉਸੇ ਵੇਲੇ ਮੁੱਖ ਮੰਤਰੀ ਇਹਨਾਂ ਨੇ ਬੇਅੰਤ ਸਿੰਘ ਉਹਨਾਂ ਨੇ ਇਹ ਵਿੰਗ ਜਿਹੜਾ ਭੰਗ ਕਰਤਾ ਸੀਗਾ। ਹੁਣ ਦੇਖੋ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਹੈ। ਅਸੀਂ ਵੀ ਆਪਣੇ ਪ੍ਰੋਗਰਾਮ 'ਚ ਦੱਸਿਆ ਸੀ, ਇੱਕ ਰਿਪੋਰਟ ਹੈ ਵੀ ਹਰ ਦਿਨ 300 ਤੋਂ ਵੱਧ ਕਾਰਾਂ ਜਿਹੜੀਆਂ ਰਜਿਸਟਰ ਹੋ ਰਹੀਆਂ, ਕਰੀਬ 900 ਜਿਹੜੇ ਹੈ ਉਹ 2 ਵੀਲਰ ਉਹ ਰਜਿਸਟਰ ਹੋ ਰਹੇ ਹੈ। ਸੜਕਾਂ ਉਹੀ ਨੇ, ਹਾਲਾਂਕਿ ਬਾਈਪਾਸ ਬਣੇ ਨੇ, ਪਰ ਉਸ ਜਿਸ ਹਿਸਾਬ ਨਾਲ ਗੱਡੀਆਂ ਵੱਧਦੀਆਂ ਪਈਆਂ ਉਸ ਹਿਸਾਬ ਨਾਲ ਨਹੀਂ ਵਧੀਆਂ। ਕਿਸ ਤਰ੍ਹਾਂ ਦੇਖੋ ਨਾ, ਇਹ ਵੀ ਰਿਪੋਰਟ ਆਈ ਹੈ ਵੀ ਪੰਜਾਬ 'ਚ ਇਸ ਵੇਲੇ 1 ਲੱਖ ਲੋਕ ਆਬਾਦੀ ਦੇ ਪਿੱਛੇ 4 ਟ੍ਰੈਫਿਕ ਪੁਲਿਸ ਵਾਲੇ ਆ, ਜਦ ਕਿ ਜੇ ਚੰਡੀਗੜ੍ਹ ਦੀ ਗੱਲ ਕਰੀਏ ਤੇ 1 ਲੱਖ ਦੇ ਮਗਰ ਜਿਹੜੇ 60 ਕਰਮਚਾਰੀ ਹੈ। ਇਸ ਤਰ੍ਹਾਂ ਹੀ ਦਿੱਲੀ 'ਚ 1 ਲੱਖ ਦੇ ਮਗਰ ਜਿਹੜੇ 30 ਕਰਮਚਾਰੀ ਨੇ। ਹੁਣ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚ ਜੇ ਇਹ ਹੈਗੇ ਨੇ ਟ੍ਰੈਫਿਕ ਕਰਮਚਾਰੀ, ਇਹ ਜੇ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤੇ ਬਹੁਤ ਘੱਟ ਆ। ਤੇ ਇਹ ਵੀ ਰਿਕਾਰਡ ਹੈ, ਸਾਹਮਣੇ ਆਇਆ ਰਿਪੋਰਟ ਆ ਰਹੀ ਹੈ ਵੀ 1992 ਦੇ ਵਿੱਚ 37 ਲੱਖ ਗੱਡੀਆਂ ਰਜਿਸਟਰਡ ਸੀਗੀਆਂ, ਜਦ ਕਿ ਹੁਣ ਇਸ ਵੇਲੇ ਦੀ ਗੱਲ ਕਰੀਏ ਤੇ 1 ਕਰੋੜ ਤੇ 30 ਲੱਖ ਗੱਡੀਆਂ ਰਜਿਸਟਰਡ ਹੈ। ਹੁਣ ਇਹ ਸਾਰੀਆਂ ਚੀਜ਼ਾਂ ਪੁਲਿਸ ਨੂੰ ਕਰਨਾ ਤਾਂ ਪੈਂਦਾ, ਪੁਲਿਸ ਨੇ ਟ੍ਰੈਫਿਕ ਪੁਲਿਸ ਵਾਲੇ ਲਾਏ ਵੀ ਹੋਏ ਆ ਬਹੁਤ ਜਗ੍ਹਾ ਤੇ, ਪਰ ਉਹ ਇਹ ਵੀ ਲੋਕ ਕਹਿੰਦੇ ਆ ਵੀ ਇਹ ਚਲਾਨ ਜਿਹੜੇ ਕੱਟਣ ਦੇ ਵਿੱਚ ਜ਼ਿਆਦਾ ਮਸਰੂਫ ਰਹਿੰਦੇ ਆ, ਲੋਕਾਂ ਦੀ ਗੱਲਬਾਤ ਘੱਟ ਸੁਣਦੇ ਆ। ਹੁਣ ਇਹਦੀ ਸਰਕਾਰ ਨੇ ਵਿਚਾਰ ਕੀਤਾ ਹੈ ਤੇ ਇਹਦੀ ਜਿਹੜੀ ਕੈਬਨਿਟ ਦੇ ਵਿੱਚ ਇੱਕ ਪ੍ਰਸਤਾਵ ਲਿਆ ਜਾਏਗਾ ਤੇ ਇਹਦੇ ਤੇ ਮੋਹਰ ਲੱਗੇਗੀ। ਤੇ ਇਹ ਵੀ ਦੱਸਿਆ, ਇਹ ਵੀ ਕਿਹਾ ਵੀ ਇੱਕ ਸੀਨੀਅਰ ਲੈਵਲ ADGP ਲੈਵਲ ਦੇ ਅਧਿਕਾਰੀ ਹੈ ਜਿਹੜੇ ਇਹਦੇ ਨਜ਼ਰ ਰੱਖਣਗੇ। ਤੇ ਪਹਿਲੇ ਜਿਵੇਂ ਕਰਮਚਾਰੀ ਦੀ ਭਰਤੀ ਕਦੋਂ ਹੋਏਗੀ ਕਦੋਂ ਨਹੀਂ ਹੋਏਗੀ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ। ਇੱਕ ਅਸੀਂ ਹੋਰ ਤੁਹਾਨੂੰ ਯਾਦ ਹੋਣਾ ਇੱਕ ਪ੍ਰੋਗਰਾਮ ਕੀਤਾ ਸੀ, ਤੁਸੀਂ ਦੱਸਿਆ ਸੀਗਾ ਇੱਕ ਰਿਪੋਰਟ ਨਸ਼ਰ ਹੋਈ ਹੈ ਵੀ ਕਿਸ ਤਰ੍ਹਾਂ ਆંકੜੇ ਜਾਰੀ ਕੀਤੇ ਜਾਂਦੇ ਨੇ ਵੀ 5871 ਐਕਸੀਡੈਂਟ ਹੋਏ ਤੇ 4500 ਵੱਧ ਲੋਕਾਂ ਦੀ ਮੌਤ ਹੋ ਗਈ। ਕਿੰਨੇ ਸਾਰੇ ਲੋਕ ਜਿਹੜੇ ਹੈ ਉਹ ਜਿਹੜੇ ਵਿਕਲਾਂਗ ਹੋ ਜਾਂਦੇ ਆ। ਮਤਲਬ ਆਰਥਿਕ ਬੋਝ ਕਿੰਨਾ ਪੈਂਦਾ ਹੈ, ਹਰ ਰੋਜ਼ ਕਿੰਨੇ ਹਜ਼ਾਰ ਕਰੋੜ ਦਾ ਬੋਝ ਪੈਂਦਾ ਪੰਜਾਬ ਦੇ ਉੱਪਰ। ਕਿਉਂਕਿ ਦੇਖੋ ਨਾ, ਲੋਕ ਅੱਜ ਵੀ ਜਿੱਥੇ ਮਰਜ਼ੀ ਜੀ ਕਰਦਾ ਗੱਡੀ ਪਾ ਕੇ, ਅੱਜ ਕੱਲ੍ਹ ਧੁੰਦ ਦੇ ਨੇ ਗੱਡੀਆਂ 'ਚ ਰਿਫਰੈਕਟਰ ਹੈਗੇ ਨਹੀਂ। ਬਹੁਤ ਸਾਰੇ ਐਕਸੀਡੈਂਟ ਤੁਸੀਂ ਇਸ ਤਰ੍ਹਾਂ ਦੇ ਵੀ ਕਿਤੇ ਸੜਕ ਕਿਨਾਰੇ ਟਰੈਕਟਰ ਟਰਾਲੀ ਖੜੀ ਹੁੰਦੀ ਹੈ ਜਾਂ ਸੜਕ ਕਿਨਾਰੇ ਟਰੱਕ ਖੜਾ ਹੁੰਦਾ ਹੈ ਤੇ ਗੱਡੀ ਲੱਭਦੀ ਨਹੀਂ, ਗੱਡੀ ਉਹਦੇ 'ਚ ਜਾ ਵੱਜਦੀ ਪਿੱਛੋਂ ਆਉਂਦੀ ਹੈ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਬਹੁਤ ਸਾਰੇ ਲੋਕ ਜਿਹੜੇ ਆ, ਕਿਉਂਕਿ ਹਾਈਵੇ ਬਣ ਗਏ ਕਿਲੋਮੀਟਰ ਤੱਕ ਕੱਟ ਨਹੀਂ ਹੈ, ਜਾਂ ਕਈਆਂ ਨੇ ਕੱਟ ਬਣਾ ਲਏ, ਉੱਥੇ ਇਲੀਗਲ ਕੱਟ ਬਣਾ ਲਏ ਆਪਣੀ ਮਰਜ਼ੀ ਨਾਲ ਆਪਣੀ ਸਹੂਲਤ ਦੇ ਨਾਲ, ਤੇ ਜਾਂ ਉਹ ਰੌਂਗ ਸਾਈਡ ਤੋਂ ਆਉਂਦੇ ਆ ਲੋਕ, ਫਿਰ ਐਕਸੀਡੈਂਟ ਦਾ ਕਾਰਨ ਬਣਦੇ ਆ। ਵੀ ਚੁਣੌਤੀਆਂ ਬਹੁਤ ਨੇ, ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ। ਦੇਖੋ ਨਾ, ਅਸੀਂ ਚੰਡੀਗੜ੍ਹ ਜਾਂਦੇ ਆ, ਸੀਟ ਬੈਲਟ ਵੀ ਲਾ ਲੈਂਦੇ ਆ, ਹੈਲਮਟ ਵੀ ਪਾ ਲੈਂਦੇ ਆ, ਤੇ ਇੱਥੇ ਸਾਨੂੰ ਲਾਉਂਦੇ ਆ ਕੀ ਤਕਲੀਫ ਹੁੰਦੀ ਹੈ। ਤੇ ਜੇ ਸਾਨੂੰ ਕੋਈ ਪੁਲਿਸ ਵਾਲਾ ਰੋਕਦਾ ਤੇ ਫੋਨ ਮਿਲਾ ਕੇ ਕਹਿੰਦੇ ਆ ਲੈ ਫੜ ਲਾ ਕਰ ਨੂੰ ਕਰ ਗੱਲ। ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਪੁਲਿਸ ਨੂੰ ਵੀ ਜਿਹੜਾ ਹੈ ਉਹ ਜਿਹੜੀ ਸਖਤੀ ਕਰਨੀ ਪਏਗੀ। ਤੇ ਸਾਡੇ ਜਿਹੜੇ ਮਨ ਨਹੀਂ ਹੈ, ਜਿਨ੍ਹਾਂ ਦੇ ਮੰਨ ਲਓ ਮੇਰਾ ਬੇਟਾ ਕੋਈ ਜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਮੈਨੂੰ ਉਦੋਂ ਸਪੋਰਟ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਹੀ ਅਧਿਕਾਰੀਆਂ ਨੂੰ ਵੀ
ਜਾਂ ਸਾਡੇ ਲੀਡਰਾਂ ਨੂੰ ਵੀ ਜੇ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਹਨੂੰ ਸਪੋਰਟ ਨਹੀਂ ਕਰਨਾ ਚਾਹੀਦਾ, ਬਲਕਿ ਉਹਨੂੰ ਇਹ ਦੱਸਣਾ ਚਾਹੀਦਾ ਵੀ ਤੂੰ ਗਲਤੀ ਕੀਤੀ ਹੈ। ਹੋ ਸਕਦਾ ਵੀ ਤੁਹਾਡਾ ਦਿੱਤਾ ਗਿਆ ਸਬਕ ਉਹਦੇ ਲਈ ਜਿਹੜਾ ਉਹਦੀ ਜੀਵਨ ਦਾ ਇੱਕ ਬਹੁਤ ਵੱਡੀ ਸਿੱਖ ਬਣ ਜੇ ਤੇ ਉਹ ਹੈਲਮਟ ਪਾਉਣ ਲੱਗ ਜੇ, ਸੀਟ ਬੈਲਟ ਲਾਉਣ ਲੱਗ ਜੇ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਬਹੁਤ ਸਾਰੇ ਐਕਸੀਡੈਂਟ ਹੁੰਦੇ ਜਦੋਂ ਸੀਟ ਬੈਲਟ ਨਾ ਲਾਈ ਹੋਵੇ ਤੇ ਉਹ 에ਅਰ ਬੈਗ ਹੀ ਨਹੀਂ ਖੁੱਲਦਾ, ਕਿਉਂਕਿ ਕੰਪਨੀਆਂ ਕਹਿੰਦੀਆਂ, ਏਜੰਸੀਆਂ ਕਹਿੰਦੀਆਂ ਵੀ 에ਅਰ ਬੈਗ ਤਾਂ ਖੁੱਲੇਗਾ ਜੇ ਤੁਸੀਂ ਸੀਟ ਬੈਲਟ ਲਾਈ ਹੋਏਗੀ। ਵੀ ਸਾਰੀਆਂ ਚੀਜ਼ਾਂ ਹੈਗੀਆਂ। ਹੁਣ ਅੱਜ ਤੁਸੀਂ ਦੇਖ ਲਓ ਟ੍ਰੈਫਿਕ ਦਾ ਹਾਲ ਕੀ ਹੈ, ਕਈ ਘੰਟੇ ਜਿਹੜੇ ਜਾਮ 'ਚ ਲੋਕ ਫਸੇ ਰਹਿੰਦੇ ਆ। ਵੀ ਵੈਸੇ ਇਹਦੀ ਜ਼ਰੂਰਤ ਸੀਗੀ ਜਿਹੜੀ ਹੈ ਟ੍ਰੈਫਿਕ ਵਿੰਗ ਦੀ, 29 ਸਾਲ ਬਾਅਦ ਬਹਾਲ ਹੋਏਗਾ, ਇਹਦੀ ਰੂਪ ਰੇਖਾ ਕੀ ਹੋਏਗੀ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ। ਆਏ ਦਿਨ ਪਾਕਿਸਤਾਨ ਤੋਂ ਵੱਡੇ ਹਥਿਆਰ ਅਤੇ ਵੱਡੀ ਖੇਪ ਹੈਰੋਇਨ ਦੀ ਆਂਦੀ ਹੈ ਤੇ ਹੁਣ ਇੱਕ ਵਾਰ ਫਿਰ ਦੁਬਾਰਾ ਪਠਾਨਕੋਟ ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਜਿਹਦੇ ਵਿੱਚ ਕਿ ਤਕਰੀਬਨ 10 ਕਿਲੋ ਹੈਰੋਇਨ ਅਤੇ ਕੁਝ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਹਾਂ ਵੀ ਕਾਊਂਟਰ ਇੰਟੈਲੀਜੈਂਸ ਨੇ ਜਿਹੜੇ ਆ 2 ਉੱਥੇ ਫੜੇ ਆ ਬੰਦੇ ਜਿਨ੍ਹਾਂ ਦੇ ਕੋਲੋਂ ਪਿਸਤੌਲ ਵੀ ਫੜੇ ਗਏ ਆ। ਇਹ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਹੈ। ਬਾਰਡਰ ਏਰੀਆ ਤੇ ਨਸ਼ਾ ਤੇ ਹਥਿਆਰਾਂ ਦੀ ਜਿਹੜੀ ਤਸਕਰੀ ਹੁੰਦੀ ਹੈ ਇਹ ਦੇਖੋ ਹੈਗਾ ਕਿ ਟੀਮ ਨੇ ਗੁਰਦਾਸਪੁਰ ਦੇ ਪਿੰਡ ਥੰਮਨ 2 ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਤੇ ਇਸ ਤੋਂ ਇਲਾਵਾ 30 ਬੋਰ ਦੇ 2 ਪਿਸਟਲ ਨੇ, 4 ਮੈਗਜ਼ੀਨ ਨੇ, 180 ਰੌਂਦ ਬਰਾਮਦ ਕੀਤੇ ਨੇ। ਤੇ ਡੀਜੀਪੀ ਪੰਜਾਬ ਦੇ ਜਿਹੜੇ ਕਾਰਜਕਾਰੀ ਡੀਜੀਪੀ ਨੇ ਗੌਰਵ ਯਾਦਵ ਇਹਨੂੰ ਟਵੀਟ ਕਰਕੇ ਕਾਊਂਟਰ ਇੰਟੈਲੀਜੈਂਸ ਨੂੰ ਵਧਾਈ ਵੀ ਦਿੱਤੀ ਹੈ ਤੇ ਇਹਦੀ ਪੁਸ਼ਟੀ ਵੀ ਦਿੱਤੀ ਹੈ ਵੀ ਕਿਸ ਤਰ੍ਹਾਂ ਥੰਮਨ ਪਿੰਡ ਦਾ ਹਰਸ਼ਦੀਪ ਸਿੰਘ ਹੈ ਤੇ ਦੂਜਾ ਹੈਗਾ ਪਿੰਡ ਸ਼ੂਰ ਕਲਾਂ ਦਾ ਸਵਰਨ ਸਿੰਘ ਉਰਫ ਸੱਬਾ, ਇਹ ਦੋਵੇਂ ਕਿਸ ਤਰ੍ਹਾਂ ਆਰੋਪੀ ਸੀਗੇ। ਹੁਣ ਤੁਹਾਨੂੰ ਯਾਦ ਹੋਣਾ ਵੀ 2 ਦਿਨ ਪਹਿਲੇ ਵੀ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਪੁਲਿਸ, ਦਿਹਾਤ ਦੀ ਪੁਲਿਸ ਨੇ ਫੜਿਆ ਸੀ, ਇੱਕ ਡਰੋਨ ਆਇਆ ਸੀ, 10 ਕਿਲੋ ਹੈਰੋਇਨ ਫੜੀ ਗਈ ਸੀ। ਕੱਲ ਵੀ ਜਿਹੜੇ ਆ 3 ਆਰੋਪੀਆਂ ਦੇ RPG, ਤੁਹਾਨੂੰ ਵੀ ਪਤਾ ਰੌਕਟ ਲਾਂਚਰ ਜਿਹੜੇ ਆ ਉਹ ਵੀ ਬਰਾਮਦ ਹੋਏ ਸੀਗੇ। ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਤਰਨਤਾਰਨ ਦੇ ਕੋਲ ਪਿੰਡ ਆ ਕਿੱਡੀਆਂ ਬਿਆਸ ਨਦੀ ਦੇ ਕਿਨਾਰੇ ਇੱਕ ਲੋਡਡ ਆ ਉਹ RPG ਜਿਹੜਾ ਰੌਕਟ ਲਾਂਚਰ ਹੈ। ਇਸੇ ਦੇ ਤਰ੍ਹਾਂ ਦੇ ਰੌਕਟ ਲਾਂਚਰ ਦੇ ਨਾਲ ਹੀ ਤੁਹਾਨੂੰ ਪਤਾ ਇਹ ਵੀ ਯਾਦ ਹੋਣਾ ਕਿ ਉੱਥੇ ਹਮਲਾ ਕੀਤਾ ਗਿਆ ਸੀ ਸਰਾਲੀ। ਹੁਣ ਪੁਲਿਸ ਨੇ ਇਹ ਜਿਹੜਾ ਫੜਿਆ RPG ਜਿਹੜਾ ਫੜਿਆ ਇਹ ਫਿਲੀਪੀਨਸ ਦੇ ਸਬ ਮੋਡਿਊਲ ਦੇ 3 ਗੁਰਗਿਆਂ ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ। ਤਰਨਤਾਰਨ ਦਾ ਪਿੰਡ ਝਬਾਲ ਦੇ ਰਹਿਣ ਵਾਲਾ ਇੱਕ ਕੁਲਬੀਰ ਸਿੰਘ ਆ, ਹੀਰਾ ਸਿੰਘ ਆ ਤੇ ਦਵਿੰਦਰ ਸਿੰਘ ਆ। ਇਹ ਜਿਹੜਾ ਮੋਡਿਊਲ ਚਲਾਉਂਦਾ ਸੀ ਇਹ ਫਿਲੀਪੀਨਸ ਦਾ ਕੋਈ ਮਨੀਲਾ ਬੇਸਡ ਯਾਦਵਿੰਦਰ ਸਿੰਘ ਆ, ਉਹ ਸੰਭਾਲਦਾ ਸੀ। ਪੁਲਿਸ ਨੇ ਉਹਨੂੰ ਨਾਮਜ਼ਦ ਕਰ ਲਿਆ। ਇਹ ਅੱਤਵਾਦੀ ਲਖਬੀਰ ਸਿੰਘ ਲੰਡਾ ਹੈ, ਉਹਦੇ ਕਹਿਣ ਤੇ ਸਾਰਾ ਨੈਟਵਰਕ ਚਲਾਇਆ ਗਿਆ ਸੀਗਾ। ਮਤਲਬ ਇਸ ਕਰਕੇ ਪੁਲਿਸ ਨੂੰ ਵੱਡੀ ਕਾਮਯਾਬੀਆਂ ਮਿਲ ਰਹੀਆਂ। ਪੁਲਿਸ ਕੰਮ ਤਾਂ ਠੀਕ ਕਰ ਰਹੀ ਹੈ। ਦੇਖੋ ਸਾਡੇ ਕਿਉਂਕਿ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਪਾਕਿਸਤਾਨ ਤੋਂ ਹਰ ਦਿਨ ਆਉਂਦੇ ਡਰੋਨ ਰਾਹੀਂ ਹਥਿਆਰ ਆ ਰਹੇ ਨੇ। ਬਹੁਤ ਸਾਰੇ ਡਰੋਨ ਜਿਹੜੇ ਆ ਉਹ ਮਾਰ ਗਿਰਾਏ ਜਾਂਦੇ ਨੇ BSF ਵੱਲੋਂ ਤੇ ਪੰਜਾਬ ਪੁਲਿਸ ਦੀ ਜਿਹੜੀ ਸਾਂਝੀ ਕਾਰਵਾਈ ਵੱਲੋਂ ਤੇ ਪਰ ਇੱਕ ਵਾਰ ਫਿਰ ਵੈਸੇ ਤੇ ਜਿਹੜੀ ਚੁਣੌਤੀ ਉਹ ਵੀ ਹੈ ਜਿਹੜੇ ਇਸ ਵੇਲੇ ਸਲੀਪਰ ਸੈੱਲ ਦੇ ਤੌਰ ਤੇ ਕੰਮ ਕਰ ਰਹੇ ਨੇ, ਜਿਹੜੇ ਨਾਬਾਲਗ ਨੇ, ਜਿਨ੍ਹਾਂ ਦਾ ਕੋਈ ਅਪਰਾਧਿਕ ਕ੍ਰਿਮੀਨਲ ਰਿਕਾਰਡ ਨਹੀਂ ਹੈ। ਪਰ ਦੇਖੋ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ। ਮੇਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਸੀ। ਉਹਨਾਂ ਕਿਹਾ ਵੀ ਦੇਖੋ ਨੇਬਰਹੁੱਡ ਪਾਲਿਸੀ ਦੇ ਤਹਿਤ, ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਕੌਣ ਬੰਦੇ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਤੇ ਉਹ ਜਾਣਕਾਰੀ ਦਿਓ। ਪਰ ਲੋਕ ਜਾਣਕਾਰੀ ਦੇਣਾ ਵੀ ਚਾਹੁੰਦੇ ਆ ਪਰ ਡਰਦੇ ਆ ਵੀ ਸਾਡਾ ਨਾਂ ਉਜਾਗਰ ਨਾ ਹੋ ਜਾਏ। ਸਾਡੀ ਇਹ ਬੇਨਤੀ ਹੈ ਛੇਤੀ ਤੋਂ ਛੇਤੀ ਕੁਝ ਹੈਲਪਲਾਈਨ 4, 5, 6 ਜਾਰੀ ਕੀਤੇ ਜਾਣ ਤਾਂ ਕਿ ਲੋਕ ਵੱਧ ਤੋਂ ਵੱਧ ਜਾਣਕਾਰੀ ਦੇ ਸਕਣ, ਗਲਤ ਕੰਮ ਦੀ ਵੀ ਤੇ ਦੜੇ ਸੱਟੇ ਕਾਰੋਬਾਰੀਆਂ ਦੀ ਵੀ। ਪੰਜਾਬ ਸਰਕਾਰ ਵੱਲੋਂ UGC ਦੇ ਅੰਦਰ ਆਉਂਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਦਾ 7ਵਾਂ ਪੇ ਕਮਿਸ਼ਨ ਲਾਗੂ ਕਰ ਦਿੱਤਾ। ਦੇਖੋ ਜੀ ਵੈਸੇ ਤੇ ਸਾਡੀਆਂ ਸਟੇਟਾਂ ਜਿਹੜੇ ਆਸ-ਪਾਸ ਦੀਆਂ ਸਟੇਟਾਂ ਉੱਥੇ ਪਹਿਲੇ ਹੀ ਪੇ ਕਮਿਸ਼ਨ ਲਾਗੂ ਆ ਤੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ। ਯੂਨੀਵਰਸਿਟੀ 'ਚ ਜਿਹੜੇ ਵੀ ਪ੍ਰੋਫੈਸਰ ਕੰਮ ਕਰਦੇ ਆ ਹੋਰ ਕੰਮ ਕਰਦੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਜਿਹੜਾ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ। ਹੁਣ ਮੀਥੇਰ ਨੇ ਜਿਹੜੇ ਮਿਨਿਸਟਰ ਨੇ, ਕੈਬਨਿਟ ਮਿਨਿਸਟਰ ਨੇ, ਉਹਨਾਂ ਨੇ ਅੱਜ ਘੋਸ਼ਣਾ ਕਰਤੀ ਹੈ। ਉਹ ਕਹਿੰਦੇ ਵੀ ਇਹਦੇ ਨਾਲ 7ਵਾਂ ਪੇ ਕਮਿਸ਼ਨ ਲਾਗੂ ਹੋਣ ਦੇ ਨਾਲ 280 ਕਰੋੜ ਰੁਪਏ ਦਾ ਫਾਇਦਾ ਇਹਨਾਂ ਨੂੰ ਹੋਏਗਾ। ਉਹਨਾਂ ਨੇ ਕਿਹਾ ਵੀ ਜਿਹੜੀ ਗੈਸਟ ਫੈਕਲਟੀ ਹੈ ਉਹਦਾ ਵੀ ਜਿਹੜਾ ਪੈਸਾ ਵਧਾਇਆ ਜਾਏਗਾ। ਇਹ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਆਪਣੇ ਮੀਥੇਰ ਜੀ, ਉਹਨਾਂ ਨੇ ਕਾਲਜ ਤੇ ਯੂਨੀਵਰਸਿਟੀਆਂ 'ਚ ਜਿਹੜੇ ਅਧਿਆਪਕ ਪੜ੍ਹਾਉਂਦੇ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ 7ਵਾਂ ਵੇਤਨ ਆਯੋਗ ਲਾਗੂ ਕਰਤਾ ਹੈ। ਤੇ ਕਿਉਂਕਿ ਕਾਂਗਰਸ ਨੇ ਵੀ ਉਹਨਾਂ ਨਾਲ ਵਾਅਦੇ ਕੀਤੇ ਸੀਗੇ ਪਰ ਵਾਅਦੇ ਪੂਰੇ ਨਹੀਂ ਹੋਏ, ਜਿਹਦੇ ਕਰਕੇ ਉਹਨਾਂ ਨੇ ਵਿਰੋਧ ਕੀਤਾ ਸੀਗਾ ਇਸ ਵਾਰੀ ਜਦੋਂ ਇਲੈਕਸ਼ਨ ਸੀਗੇ ਵਿਧਾਨ ਸਭਾ ਦੇ। ਹੁਣ ਸਰਕਾਰ ਦੇਖੋ ਇੱਕ ਗੱਲ ਤਾਂ ਚੰਗਾ ਕਰ ਰਹੀ ਹੈ। ਪਹਿਲੇ ਜਦੋਂ ਵੀ ਸਰਕਾਰਾਂ ਆਉਂਦੀਆਂ ਸੀ ਉਹ
ਖੀਰਲੇ 4 ਸਾਲ ਛੁੱਟੀਆਂ ਰਹਿੰਦੀਆਂ ਸੀ ਤੇ ਐਕਟਿਵ ਹੁੰਦੀਆਂ ਸੀ 5ਵੇਂ ਸਾਲ। ਐਕਚੁਅਲੀ ਮਾਨ ਸਰਕਾਰ ਅੱਛਾ ਕੰਮ ਕਰ ਰਹੀ ਹੈ। ਪਹਿਲੇ ਸਾਲ ਦੇ ਵਿੱਚ ਹੀ ਦੇਖੋ ਇਹਨਾਂ ਨੇ ਬਹੁਤ ਸਾਰੀਆਂ ਭਰਤੀਆਂ ਕਰ ਰਹੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾ ਰਿਹਾ। ਪਰ ਸਾਡੀ ਇਹ ਵੀ ਬੇਨਤੀ ਹੈ ਵੀ ਜੇ ਵਿਧਾਨ ਸਭਾ ਸੱਤਰ ਲੇਟ ਨਾ ਕਰੋ, ਉਹਨੂੰ ਵੀ ਬੁਲਾਓ। ਸਰਦੀ ਵਿੱਚ ਬਿਜਲੀ ਦੀ ਕੰਜ਼ਿਊਮ ਜਿਹੜੀ ਹੈ ਉਹ ਘੱਟ ਹੋਣੀ ਚਾਹੀਦੀ ਹੈ, ਪਰ ਲਗਾਤਾਰ ਇਹਦੀ ਵੰਡ ਵੱਧਦੀ ਜਾ ਰਹੀ ਹੈ ਮੰਗ ਇਹਦੀ। ਇਹ ਕੀ ਕਾਰਨ ਕੀ ਹੈ? ਮੈਂ ਦੇਖੋ ਨਾ, ਕਹਿੰਦੇ ਨਾ, ਮੈਂ ਜਦੋਂ ਕਿਸੇ ਨੂੰ ਚੀਜ਼ ਮੁਫਤ ਮਿਲਦੀ ਹੈ ਨਾ, ਮੁਫਤ ਦਾ ਫਿਰ ਉਹਦਾ ਬਿੱਲ ਦੇਣਾ ਨਹੀਂ ਆ ਤੇ ਚੱਲਣ ਦਿਓ। ਕਹਿੰਦਾ ਚੋਰੀ ਦਾ ਮਾਲ ਟਾਂਗਾ ਤੇ ਗੱਜ ਜੀ। ਹੁਣ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ 90% ਲੋਕ ਆ ਜਿਨ੍ਹਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ। 1 ਰੁਪਿਆ ਬਿੱਲ ਵੀ ਮਤਲਬ ਉਹਨਾਂ ਦਾ ਨਹੀਂ ਆਇਆ। ਪਿਛਲੇ ਸਾਲ ਦੀਆਂ ਸਰਦੀਆਂ ਦੇ ਮੁਕਾਬਲੇ ਜੇ ਇਸ ਸਰਦੀਆਂ ਦੀ ਜੇ ਦਸੰਬਰ ਦੀ ਬਿਜਲੀ ਦੀ ਗੱਲ ਕੀਤੀ ਜਾਵੇ, ਇਹਦੀ ਮੰਗ ਉਹ ਜ਼ਿਆਦਾ ਵਧੀ ਹੈ। ਮਾਹਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿਉਂਕਿ ਬੱਤੀ ਫ੍ਰੀ ਦਿੱਤੀ ਜਾ ਰਹੀ ਹੈ, 300 ਯੂਨਿਟ ਬੱਤੀ ਫ੍ਰੀ ਦਿੱਤੀ ਜਾ ਰਹੀ ਹੈ, ਇਸ ਕਰਕੇ ਲੋਕਾਂ ਨੂੰ ਪੈਸੇ ਦੇਣੇ ਨਹੀਂ ਪੈਂਦੇ ਤੇ ਤਾਂ ਕਰਕੇ ਇਹ ਜਿਹੜੀ ਹੈ ਬੱਤੀ ਦੀ ਡਿਮਾਂਡ ਵੱਧ ਰਹੀ ਹੈ। ਹੁਣ ਜੇ ਸਰਕਾਰੀ ਆંકੜਿਆਂ ਦੀ ਗੱਲ ਕਰੀਏ ਤੇ ਪਿਛਲੇ 2 ਮਹੀਨਿਆਂ 'ਚ ਸੂਬੇ ਦੇ 91% ਲੋਕਾਂ ਦਾ ਜਿਹੜਾ ਬਿੱਲ ਜ਼ੀਰੋ ਆਇਆ। ਪਰ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਠੀਕ ਹੈ ਯਾਰ, ਜਿਹੜੇ ਟੈਕਸ ਦਿੰਦੇ ਨੇ ਉਹਨਾਂ ਨੇ ਕੀ ਗੁਨਾਹ ਕੀਤਾ? ਜਾਂ 300 ਯੂਨਿਟ ਤੋਂ ਵੱਧ ਜਿਹੜਾ ਬਿੱਲ ਆਉਂਦਾ ਉਹਨਾਂ ਨੇ ਕੀ ਗੁਨਾਹ ਕੀਤਾ? ਤੁਸੀਂ ਉਹਨਾਂ ਨੂੰ ਵੀ ਦਿਓ, ਕੁਝ ਸਸਤੀ ਬੱਤੀ ਦਿਓ। ਫਿਰ ਫ੍ਰੀ ਦੇਣ ਨਾਲੋਂ ਬੱਤੀ ਤੁਸੀਂ ਬਿਜਲੀ ਸਸਤੀ ਦਿਓ ਵੀ ਇੱਕ ਤੇ ਲੋਕ ਉਹਦੀ ਵੇਸਟ ਨਹੀਂ ਕਰਨਗੇ, ਕਿਉਂਕਿ ਜਦੋਂ ਭਾਵੇਂ ਉਹਨੂੰ 2 ਰੁਪਏ ਯੂਨਿਟ ਵੀ ਦੇਣੇ ਪੈਣ ਨਾ ਤੇ ਫਿਰ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਦਰਦ ਹੁੰਦਾ ਕਿਸੇ ਨੂੰ। ਜਦੋਂ ਮੁਫਤ ਮਿਲਣਾ ਉਹ ਕਹਿੰਦਾ ਚੱਲਣ ਦੇ, ਹੀਟਰ ਵੀ ਚੱਲਣ ਦੇ ਤੇ ਸਭ ਕੁਝ ਚੱਲਣ ਦੇ। ਇਸ ਕਰਕੇ ਹੁਣ ਜਿਹੜੇ ਆંકੜੇ ਸਾਹਮਣੇ ਆ ਰਹੇ ਆ ਵੀ 3 ਦਸੰਬਰ ਦੇ ਇਸੇ ਦਿਨ ਦੇ ਮੁਕਾਬਲੇ ਦੇ ਵਿੱਚ ਬਿਜਲੀ ਦੀ ਮੰਗ ਦੇ ਵਿੱਚ 19% ਜਿਹੜਾ ਵਾਧਾ ਹੈ। ਪਿਛਲੇ ਸਾਲ ਇਹ ਜਿਹੜੀ ਖਪਤ ਸੀ 6033 ਮੈਗਾਵਾਟ ਸੀਗੀ, ਇਹ ਸਾਲ ਇਹ ਵੱਧ ਕੇ 7156 ਮੈਗਾਵਾਟ ਹੋ ਗਈ ਹੈ। ਇੱਕ ਰਿਪੋਰਟ ਦੇ ਮੁਤਾਬਿਕ 25 ਦਸੰਬਰ ਤੱਕ 1 ਦਸੰਬਰ ਨੂੰ ਬਿਜਲੀ ਦੀ ਖਪਤ 7205 ਮੈਗਾਵਾਟ ਰਹੀ, ਜਿਹੜੀ ਕਿ ਪਿਛਲੇ ਸਾਲ ਸੀਗੀ ਇਹ 6170 ਮੈਗਾਵਾਟ ਦੇ ਮੁਕਾਬਲੇ ਦੇ ਵਿੱਚ 17% ਵੱਧ ਸੀਗੀ। ਇਸ ਤਰ੍ਹਾਂ ਹੀ 2 ਦਸੰਬਰ ਨੂੰ ਜਿਹੜੀ ਇਹ ਪਿਛਲੇ ਸਾਲ ਦੀ ਗੱਲ ਕਰੀਏ ਤੇ 5966 ਮੈਗਾਵਾਟ ਦੇ ਮੁਕਾਬਲੇ ਦੇ ਵਿੱਚ ਇਸ ਸਾਲ 6771 ਮੈਗਾਵਾਟ ਰਹੀ ਹੈ, ਜਿਹਦੇ ਚ 13% ਵਾਧਾ ਹੈ। ਮਤਲਬ 7 ਦਸੰਬਰ ਨੂੰ ਪਿਛਲੇ ਸਾਲ ਜੇ ਦੀ ਤੁਲਨਾ ਕੀਤੀ ਜਾਏ ਤੇ ਉਦੋਂ ਮੰਗ ਸੀਗੀ 6893 ਮੈਗਾਵਾਟ, ਐਕੀ ਉਹ 7783 ਮੈਗਾਵਾਟ, ਜਿਹੜੀ ਕਿ 13% ਵੱਧ ਹੈ। ਇਸ ਤਰ੍ਹਾਂ 24 ਦਸੰਬਰ ਨੂੰ ਇਹ ਵੱਧ ਕੇ ਮੈਗਾਵਾਟ 8008 ਮੈਗਾਵਾਟ ਹੋ ਗਈ ਹੈ, ਜਦਕਿ ਪਿਛਲੇ ਸਾਲ ਇਸੇ ਦਿਨ ਇਹਦੀ ਜਿਹੜੀ ਡਿਮਾਂਡ ਸੀਗੀ ਉਹ 6799 ਮੈਗਾਵਾਟ ਸੀਗੀ। ਮਤਲਬ ਇਸ ਤਰ੍ਹਾਂ ਪੂਰੀ ਇੱਕ ਰਿਪੋਰਟ ਨਸ਼ਰ ਹੋਈ ਹੈ ਜਿਹਦੇ ਚ ਦੱਸ ਰਿਹਾ ਹੈ ਵੀ ਕਿਸ ਤਰ੍ਹਾਂ ਬਿਜਲੀ ਦੀ ਖਪਤ ਵਧਦੀ ਹੈ। ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇੱਧਰ ਵੀ ਦੇਖੋ ਫ੍ਰੀ ਦੇਣੀ ਹੈ ਤੇ ਅਕਸਰ ਤੇ ਕੁਝ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਫ੍ਰੀ ਕੁਝ ਨਹੀਂ ਹੁੰਦਾ। ਮੈਂ ਫ੍ਰੀ ਚੀਜ਼ ਲਵਾਂਗਾ ਤੇ ਉਹਦੀ ਭਰਪਾਈ ਤੁਹਾਨੂੰ ਕਰਨੀ ਪੈਣੀ ਹੈ। ਸਰਕਾਰ ਨੇ ਤਾਂ ਦੇਖੋ ਬਿਜਲੀ ਕੰਪਨੀ ਦੇ ਪੈਸੇ ਛੱਡਣੇ ਨਹੀਂ ਤੇ ਪੈਸੇ ਤਾਂ ਲੈਣੇ ਆ ਤੇ ਸਰਕਾਰ ਨੂੰ ਕਿਸੇ ਨਾ ਕਿਸੇ ਖਾਤੇ ਚੋਂ ਤਾਂ ਪੈਸੇ ਉਹਨਾਂ ਨੂੰ ਦੇਣੇ ਪੈਣੇ ਨੇ ਨਾ, ਕਰੋੜਾਂ ਰੁਪਏ ਦੇਣਾ ਪੈਂਦਾ। ਇਸ ਕਰਕੇ ਬਿਜਲੀ ਜਿਹੜੀ ਹੈ ਉਹ ਆਮ ਬੰਦੇ ਨੂੰ ਵੀ ਸਸਤੀ ਮਿਲਣੀ ਚਾਹੀਦੀ ਹੈ। ਵੋਟਾਂ ਤੇ ਉਹਨਾਂ ਨੇ ਵੀ ਪਾਈਆਂ, ਇਹ ਥੋੜੀ ਵੋਟਾਂ ਕੱਲੀਆਂ ਦੂਜਿਆਂ ਨੇ ਪਾਈਆਂ ਜਿਨ੍ਹਾਂ ਨੂੰ ਤੁਸੀਂ ਮੁਫਤ ਕੀਤੀ। ਰਾਹੁਲ ਗਾਂਧੀ ਦੀ ਯਾਤਰਾ, ਇੱਕ ਵਾਰੀ ਫਿਰ ਤੋਂ ਗੱਲ ਕਰਨ ਲੱਗੇ, ਰਾਹੁਲ ਗਾਂਧੀ ਜੀ ਜਿਹੜੀ ਯਾਤਰਾ ਆ ਉਹ ਪੰਜਾਬ ਵੱਲ ਨੂੰ ਆ ਰਹੀ ਹੈ, ਪੰਜਾਬ ਤੇ ਕਸ਼ਮੀਰ ਤੱਕ ਜਾਏਗੀ ਉਹ, ਤੇ ਇਹਨੂੰ ਲੈ ਕੇ ਜਿਹੜੇ ਕੇਸੀ ਵੇਣੂਗੋਪਾਲ ਨੇ ਉਹਨਾਂ ਨੇ ਇੱਕ ਜਿਹੜੇ ਹੋਮ ਮਿਨਿਸਟਰ ਨੇ ਭਾਰਤ ਦੇ, ਉਹਨਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਇਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ। ਹਾਂ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਵਧਾਈ ਜਾਏ। ਇਹ ਚਿੱਠੀ ਲਿਖੀ ਹੈ ਕਾਂਗਰਸ ਦੇ ਨੇ ਨਾ, ਉਹਦੇ ਚ 2-3 ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਵੀ ਕਿਉਂਕਿ ਤੁਹਾਨੂੰ ਇਹ ਪਤਾ ਹੀ ਹੈ ਕਿ ਰਾਹੁਲ ਗਾਂਧੀ ਕਿਸ ਤਰ੍ਹਾਂ ਕਰ ਰਹੇ ਹੈ, ਭਾਰਤ ਜੋੜੋ ਯਾਤਰਾ ਕਰ ਰਹੇ ਹੈ। ਹੁਣ ਕਾਂਗਰਸ ਦੇ ਨੇਤਾ ਨੇ ਪਵਨ ਖੇੜਾ, ਉਹਨਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਚਿੰਤਾ ਜਤਾਈ ਹੈ, ਕਿਉਂਕਿ ਪੈਦਲ ਜਿਹੜੀ ਮਾਰਚ ਹੈ ਨਾ, ਹੁਣ ਕਈ ਐਸੇ ਇਲਾਕਿਆਂ ਚੋਂ ਲੰਘਣਾ ਹੈ ਜਿਹੜੇ ਸੰਵੇਦਨਸ਼ੀਲ ਇਲਾਕੇ ਦੱਸੇ ਜਾਂਦੇ ਆ। ਹੁਣ ਕਿਉਂ ਪਵਨ ਖੇੜਾ ਨੇ ਵੀ ਕਿਹਾ ਕਿ ਬਦਰਪੁਰ 'ਚ ਰਾਹੁਲ ਗਾਂਧੀ ਦੇ ਕੋਲ ਜਿਹੜੀ ਭੀੜ ਇਕੱਠੀ ਹੋ ਗਈ ਸੀ, ਉਹਨਾਂ ਨੇ ਇੱਕ ਵੀਡੀਓ ਵੀ ਦੱਸਿਆ। ਉਹਨਾਂ ਦੇ ਵੀ ਕਹਿਣਾ ਕਿ ਰਾਹੁਲ ਗਾਂਧੀ ਦੇ ਕੋਲ ਜੈਡ ਸੁਰੱਖਿਆ ਹੈ, ਪਰ ਇਹਦੇ ਬਾਵਜੂਦ ਜਦੋਂ ਰਾਹੁਲ ਗਾਂਧੀ ਦਿੱਲੀ 'ਚ ਦਾਖਲ ਹੋਏ ਤੇ ਉਹਨਾਂ ਦੇ ਆਲੇ ਦੁਆਲੇ ਕੋਈ ਰੱਸੀ ਨਹੀਂ ਸੀ ਤੇ ਦਿੱਲੀ ਪੁਲਿਸ ਨੇ ਕੁਝ ਕੀਤਾ ਨਹੀਂ। ਹੁਣ ਚਿੱਠੀ ਜਿਹੜੀ ਲਿਖੀ ਹੈ ਉਹਨਾਂ ਨੇ ਕਿਹਾ ਵੀ ਦਿੱਲੀ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਲਾਪਰਵਾਹੀ ਕੀਤੀ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਜਿਹਦੇ 'ਚ ਕਾਂਗਰਸ ਦੇ ਸੈਕਟਰੀ ਨੇ, ਜਨਰਲ ਸੈਕਟਰੀ ਨੇ ਕੇਸੀ ਵੇਣੂਗੋਪਾਲ ਜੀ, ਉਹਨਾਂ ਦਾ ਕਹਿਣਾ ਕਿ ਸ਼ਨੀਵਾਰ ਨੂੰ ਦਿੱਲੀ 'ਚ ਯਾਤਰਾ ਪਹੁੰਚਣ ਤੋਂ ਬਾਅਦ ਸੁਰੱਖਿਆ 'ਚ ਜਿਹੜੀ ਹੈ ਉਹ
ਘਾਟ ਵੇਖੀ ਗਈ। ਦਿੱਲੀ ਪੁਲਿਸ ਜਿਹੜੀ ਕਿ ਸੈਂਟਰਲ ਗ੍ਰਹਿ ਮਿਨਿਸਟਰੀ ਦੇ ਅੰਦਰ ਆਉਂਦੀ ਹੈ, ਹੋਮ ਮਿਨਿਸਟਰੀ ਦੇ ਅੰਦਰ ਆਉਂਦੀ ਹੈ, ਉਹ ਜਿਹੜੀ ਭੀੜ ਸੀ ਉਹਨੂੰ ਕਾਬੂ ਨਹੀਂ ਕਰ ਪਾਈ ਤੇ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ। ਉਹਨਾਂ ਦਾ ਕਹਿਣਾ ਕਿ ਸਥਿਤੀ ਇੰਨੀ ਗੰਭੀਰ ਹੋ ਗਈ ਸੀ ਕਿ ਰਾਹੁਲ ਗਾਂਧੀ ਦੇ ਨਾਲ ਜਿਹੜੇ ਕਾਂਗਰਸੀ ਚੱਲਦੇ ਪਏ ਸੀ ਨਾ, ਉਹਨਾਂ ਨੂੰ ਉਹਨਾਂ ਦੇ ਆਲੇ ਦੁਆਲੇ ਇੱਕ ਸੁਰੱਖਿਆ ਘੇਰਾ ਬਣਾਉਣਾ ਪਿਆ। ਹੁਣ ਇਹ ਵੀ ਉਹਨਾਂ ਨੇ ਇਹ ਆਰੋਪ ਲਾਇਆ ਵੀ ਜਿਹੜੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਨਾਲ ਸ਼ਾਮਿਲ ਹੋ ਰਹੇ ਨੇ ਜਾਂ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਨੂੰ ਆਈਬੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇੰਟੈਲੀਜੈਂਸ ਬਿਊਰੋ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਾਂਗਰਸ ਦੇ ਮਹਾਸਚਿਵ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਵੀ ਜਾਂਚ ਏਜੰਸੀ ਆਈਬੀ ਜਿਹੜੇ ਉਹ ਯਾਤਰਾ 'ਚ ਜਿਹੜੇ ਲੋਕ ਆਉਂਦੇ ਆ ਉਹਨਾਂ ਕੋਲੋਂ ਪੁੱਛਗਿੱਛ ਕਰਦੀ ਹੈ ਤੇ ਉਹਨਾਂ ਨੂੰ ਜਿਹੜੇ ਰਾਹੁਲ ਗਾਂਧੀ ਨੂੰ ਜਿਹੜੀ ਗੱਲਬਾਤ ਹੁੰਦੀ ਹੈ ਪੁੱਛ ਰਹੀ ਵੀ ਤੁਹਾਡੀ ਗੱਲ ਕੀ ਹੋਈ ਉਹਨਾਂ ਨਾਲ ਜੀ। ਤੇ ਇਸ ਕਰਕੇ ਉਹਨਾਂ ਦਾ ਕਹਿਣਾ ਵੀ ਇਹ ਬਿਲਕੁਲ ਗਲਤ ਗੱਲ ਹੈ ਕਿ ਮਤਲਬ ਕਿ ਬੀਜੇਪੀ ਡਰ ਗਈ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਕਿਉਂ ਏਜੰਸੀਆਂ ਜਿਹੜੀਆਂ ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਉੱਤੇ ਨਜ਼ਰ ਰੱਖ ਰਹੀ ਹੈ, ਬਲਕਿ ਜੇ ਸੁਰੱਖਿਆ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਰਾਹੁਲ ਗਾਂਧੀ ਦੇ ਫਾਦਰ ਜਿਹੜੇ ਰਾਜੀਵ ਗਾਂਧੀ ਉਹਨਾਂ ਦਾ ਵੀ ਘਟਨਾ ਦੇ ਵਿੱਚ ਉਹਨਾਂ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਇੰਦਰਾ ਗਾਂਧੀ ਦਾ ਹੁਣ ਪ੍ਰਿਯੰਕਾ ਗਾਂਧੀ ਨੇ ਵੀ ਇੱਕ ਵਾਰੀ ਬਹੁਤ ਪਹਿਲੇ ਸ਼ੰਕਾ ਜਤਾਈ ਸੀ ਕਿ ਕਿਤੇ ਮੇਰੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ, ਇਸ ਕਰਕੇ ਕਿਤੇ ਉਹਨਾਂ ਜਿਹੜਾ ਜ਼ਿਕਰ ਕੀਤਾ ਤੇ ਇਸ ਕਰਕੇ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਉਹਨਾਂ ਦੀ ਰਾਹੁਲ ਗਾਂਧੀ ਦੀ ਸੁਰੱਖਿਆ ਕਿਵੇਂ ਵਧਾਉਣੀ ਹੈ ਤੇ ਕਿਸ ਤਰ੍ਹਾਂ ਕਾਂਗਰਸ ਨੂੰ ਸੈਟੀਸਫਾਈ ਕਰਾਉਣਾ। ਡਾਕਟਰ ਸਾਹਿਬ, ਮਾਣਯੋਗ ਸੁਪਰੀਮ ਕੋਰਟ ਵੱਲੋਂ ਨੋਟਬੰਦੀ ਦੇ ਉੱਪਰ ਇੱਕ ਫੈਸਲਾ ਸੁਣਾਇਆ ਜਾਣਾ, ਠੀਕ ਹੈ ਜੀ, ਤੇ ਉਹਦੇ ਵਿੱਚ ਆਰਬੀਆਈ ਨੇ ਕੋਈ ਹਲਫਨਾਮਾ ਦਾਇਰ ਕੀਤਾ ਸੀ ਕਿ ਉਸ ਵਿੱਚ ਕੀ ਜੇ ਕੀਤਾ ਸੀ ਤਾਂ ਉਹਦੇ ਵਿੱਚ ਕੀ ਤੱਥ ਲਗਾਏ ਗਏ ਸਨ? ਦੇਖੋ ਇਹਦੀ ਸੁਣਵਾਈ ਹੋ ਰਹੀ ਹੈ। ਦੇਖੋ ਨਾ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੀਆਂ ਇੱਕ ਐਪਲੀਕੇਸ਼ਨਸ ਦਾਇਰ ਕੀਤੀਆਂ ਹੋਈਆਂ ਸੀਗੀਆਂ। ਇਹਦੇ ਤੇ ਹੁਣ ਸੁਪਰੀਮ ਕੋਰਟ ਨੇ 2 ਜਨਵਰੀ 2023 ਨੂੰ ਆਪਣਾ ਫੈਸਲਾ ਸੁਣਾਉਣਾ ਹੈ ਜੀ। ਇਹ ਜਸਟਿਸ ਨੇ BR ਗਵਈ ਇਹ ਮਾਮਲੇ 'ਚ ਸਾਰੇ ਜੱਜਾਂ ਦੀ ਰਾਏ ਦੇ ਲੈ ਕੇ ਤੇ ਇਹਦੇ ਤੇ ਇੱਕ ਫੈਸਲਾ ਸੁਣਾਉਣਗੇ ਕਿਉਂਕਿ ਬਹੁਤ ਸਾਰੀਆਂ ਯਾਚਿਕਾਵਾਂ ਜਦੋਂ ਨੋਟਬੰਦੀ ਹੋਈ ਸੀ ਨਾ ਸੁਪਰੀਮ ਕੋਰਟ ਦੇ ਵਿੱਚ ਦਾਖਲ ਹੋਈਆਂ ਸੀ ਤੇ ਕਿਹਾ ਗਿਆ ਸੀ ਵੀ ਇਹ ਸਰਕਾਰ ਦਾ ਜਿਹੜਾ ਫੈਸਲਾ ਸੀ ਉਹ ਬਿਨਾਂ ਸੋਚੇ ਸਮਝੇ ਲੈ ਗਿਆ ਹੈ ਜੀ। ਹੁਣ ਤੁਹਾਨੂੰ ਯਾਦ ਹੋਣਾ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦੀ ਘੋਸ਼ਣਾ ਕੀਤੀ ਸੀ। ਘੋਸ਼ਣਾ ਤੋਂ 9 ਮਹੀਨੇ ਪਹਿਲੇ ਸੁਪਰੀਮ ਕੋਰਟ ਨੇ ਜਿਹੜਾ RBI ਹੈ ਉਹਦੇ ਨਾਲ ਕਹਿੰਦੇ ਵੀ ਵਿਚਾਰ ਵਿਮਰਸ਼ ਕੀਤਾ ਸੀਗਾ ਤੇ ਇਹ ਫਰਵਰੀ 'ਚ ਇਹ ਜਿਹੜੀ ਹੈ 2016 'ਚ ਇਹ ਪ੍ਰਕਿਰਿਆ ਸ਼ੁਰੂ ਹੋਈ ਸੀਗਾ। RBI ਨੇ ਆਪਣੇ ਹਲਫਨਾਮੇ 'ਚ ਕਿਹਾ ਵੀ ਇਹ ਸਾਰਾ ਕੁਝ ਪਹਿਲੇ ਸੋਚ ਸਮਝ ਦੇ ਬਾਵਜੂਦ ਕੀਤਾ ਗਿਆ। ਹਾਲਾਂਕਿ ਉਸ ਤੋਂ ਪਹਿਲੇ ਰਘੂ ਰਾਜਨ ਰਹਿ ਚੁੱਕੇ ਉਹਨਾਂ ਨੇ ਕਿਹਾ ਸੀ ਨੋਟਬੰਦੀ ਬਿਲਕੁਲ ਗਲਤ ਹੋਈ ਹੈ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਨੋਟਬੰਦੀ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕਾਰੋਬਾਰ ਖਤਮ ਹੋ ਗਿਆ, ਕਿਸ ਤਰ੍ਹਾਂ ਆਪਣੇ ਪੈਸੇ ਲੈਣ ਵਾਸਤੇ ਲੰਬੀਆਂ ਲਾਈਨਾਂ ਦੇ ਵਿੱਚ ਖੜਾ ਹੋਣਾ ਪਿਆ। ਬਾਅਦ 'ਚ ਇਹ ਵੀ ਕਿਹਾ ਗਿਆ ਵੀ ਨੋਟਬੰਦੀ ਜਿਹੜੀ ਕੀਤੀ ਗਈ ਹੈ ਉਹਦਾ ਫਾਇਦਾ ਨਹੀਂ ਹੋਇਆ, ਜਿਸ ਕਰਕੇ ਕੀਤੀ ਗਈ ਹੈ ਫਾਇਦਾ ਨਹੀਂ ਹੋਇਆ। ਹਾਲਾਂਕਿ ਸਰਕਾਰ ਦਾ ਕਹਿਣਾ ਸੀਗਾ ਵੀ ਇਹਦੇ ਨਾਲ ਫੰਡਿੰਗ ਹੁੰਦੀ ਹੈ ਤੇ ਬਹੁਤ ਸਾਰਾ ਕਾਲਾ ਧਨ ਜਿਹੜਾ ਉਹ ਬਾਹਰ ਆਏ ਇਹਦੇ ਨਾਲ ਆਉਣਾ ਸੀਗਾ। ਹੁਣ ਕਿੰਨੀ ਨੋਟਬੰਦੀ ਹੋਈ, ਕਿੰਨਾ ਕਾਲਾ ਧਨ ਬਾਹਰ ਆਇਆ, ਇਹਦੀਆਂ ਬਹੁਤ ਸਾਰੀਆਂ ਜਿਹੜੀਆਂ ਸਰਕਾਰ ਦੀ ਆਲੋਚਨਾ ਵੀ ਹੋਈ ਸੀ ਇਹਨੂੰ ਲੈ ਕੇ। ਹੁਣ ਇਹ ਵੀ ਕਿਹਾ ਵੀ GDP ਜਿਹੜੀ ਹੈ ਨੋਟਬੰਦੀ ਨੂੰ ਕੀ ਸੀ ਉਦੋਂ ਦੀ GDP ਕੀ ਹੋਈ, ਕਿਉਂ ਕਰਨਾ ਪਿਆ, ਹੁਣ ਕੈਸ਼ ਇਨ ਸਰਕੂਲੇਸ਼ਨ ਉਦੋਂ ਕੀ ਸੀਗਾ। ਇਹ ਸਾਰੀਆਂ ਤੱਥਾਂ ਨੂੰ ਇਹਦੇ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਇੱਕ ਲੰਬੇ ਸਮੇਂ ਤੱਕ ਸੁਣਵਾਈ ਕੀਤੀ ਹੈ ਤੇ ਹੁਣ 2 ਤਰੀਕ ਨੂੰ ਉਹਦੀ ਸੁਣਵਾਈ ਜਾਣੀ ਹੈ ਵੀ ਵਾਕਈ ਹੁਣ ਸੁਪਰੀਮ ਕੋਰਟ ਫੈਸਲਾ ਕੀ ਸੁਣਾਉਂਦੀ ਹੈ ਕਿ ਵਾਕਈ ਇਹਦੀ ਜ਼ਰੂਰਤ ਸੀ ਨੋਟਬੰਦੀ ਦੀ ਜਾਂ ਨਹੀਂ ਜ਼ਰੂਰਤ ਸੀ। ਹੁਣ ਇਹ ਵੀ ਬੜੀ ਦੇਖੋ ਹਾਸੋਪਨ ਸਥਿਤੀ ਹੈ। ਕਈ ਵਾਰੀ ਕਹਿੰਦੇ ਵੀ ਇੱਕ ਐਸਾ ਭ੍ਰਸ਼ਟਾਚਾਰ ਬੰਦ ਕੀਤਾ ਹੈ ਵੀ ਤੁਸੀਂ 1000 ਦਾ ਨੋਟ ਬੰਦ ਕਰਕੇ 2000 ਦਾ ਸ਼ੁਰੂ ਕਰਤਾ ਵੀ ਪਹਿਲੇ ਬੰਦੇ ਨੂੰ ਲੱਖ ਥੋੜਾ ਸਾਹਮਣਾ ਪੈਂਦਾ ਹੈ, ਹੁਣ 2 ਲੱਖ ਸਾਹਮਣੇ ਦਾ ਉਹਨੇ ਪੈਸੇ ਜੀ। ਮਤਲਬ ਇਹ ਚਲੋ ਇਹ ਸਰਕਾਰਾਂ ਕਿਉਂ ਕਰਦੀਆਂ, ਜੇ ਸੈਂਟਰ ਗਵਰਨਮੈਂਟ ਨੇ ਵੀ ਕੀਤਾ ਹੋਏਗਾ ਕੁਛ ਤਾਂ ਸੋਚ ਸਮਝ ਕੇ ਕੀਤਾ ਹੀ ਹੋਣਾ ਨਾ। ਉਹਨਾਂ ਨੂੰ ਕਿੱਥੋਂ ਇਹ ਸਾਰੀਆਂ ਸੂਚਨਾਵਾਂ ਸੀ। ਹੁਣ ਉਹਦਾ ਫੈਸਲਾ ਹੈ ਜਿਹੜਾ ਆ ਜਾਏਗਾ ਫਿਰ ਸਾਰੀ ਗੱਲ ਸਾਫ਼ ਹੋਏਗੀ। ਕਿਹਾ ਰਿਹਾ ਪੰਜਾਬ ਦੇ ਲੀਡਰਾਂ ਨੂੰ ਪਹਿਲਾਂ ਤਾਂ ਵਿਜੀਲੈਂਸ ਦੇ ਸ਼ਿਕੰਜੇ 'ਚ ਨੇ ਤੇ ਕਈਆਂ ਦੇ ਉੱਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਹੁਣ ਕਿਹਾ ਜਾ ਰਿਹਾ ਕਿ ਕਈਆਂ ਨੂੰ ਈਡੀ ਦਾ ਵੀ ਕਈ ਲੀਡਰਾਂ ਨੂੰ ਈਡੀ ਦਾ ਡਰ ਵੀ ਸਤਾ ਰਿਹਾ ਤੇ ਸਾਲ 2000 ਜਿਹੜਾ ਜਿਵੇਂ 23 ਆ ਰਿਹਾ ਤੇ 2022 ਇਹਨਾਂ ਲੀਡਰਾਂ ਨੂੰ ਭੁੱਲਣਾ ਨਹੀਂ ਛੇਤੀ। ਦੇਖੋ ਇਹ ਇਸ ਕਰਕੇ ਨਹੀਂ ਭੁੱਲਣਾ, ਦੇਖੋ ਇਹਨਾਂ ਨੂੰ 2022 ਤੇ ਕਿਉਂਕਿ ਵੇਖੋ ਨਾ ਬਹੁਤ ਸਾਰੇ ਜਿਹੜੇ ਆ ਲੁੱਡੀਆਂ ਪਾਉਣ ਵਾਲੇ ਉਹ ਖੜੇ ਲੈਣ ਲੱਗੇ ਜੀ।
ਠੀਕ ਹੈ ਨਾ, ਜਿਹੜੇ ਮੰਤਰੀ ਸੀਗੇ ਉਹ ਵੀ ਵਿਚਾਰੇ ਹਾਰ ਗਏ, ਕਈ ਡਿਪਟੀ ਸੀਐਮ ਸੀਗੇ ਉਹ ਵੀ ਹਾਰ ਗਏ ਜੀ। ਮਤਲਬ ਬਹੁਤ ਲੀਡ ਕਦੀ ਕਿਸੇ ਨੇ ਸੋਚਿਆ ਹੀ ਨਹੀਂ ਸੀ। ਉਹ ਸੁਪਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਲਏ ਜੀ ਵੀ ਆ ਕਿ ਆਮ ਆਦਮੀ ਸਾਡੀ ਸਰਕਾਰ ਰਿਪੀਟ ਹੋ ਜਾਣੀ ਹੈ, ਕਿਸੇ ਵੀ ਪਾਰਟੀ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਚਾਹੇ ਉਹ ਦੂਜੀਆਂ ਬੀਜੇਪੀ ਸੀਗੀ ਜੀ। ਪਤਾ ਹੀ ਨਹੀਂ ਸੀ ਵੀ ਇਹ 92 ਸੀਟਾਂ ਪੰਜਾਬ ਦੇ ਲੋਕ ਵੀ ਇੰਨਾ ਗੁੱਸਾ ਭਰਿਆ ਹੈ ਦੂਜੀਆਂ ਪਾਰਟੀਆਂ ਦੇ ਖਿਲਾਫ ਵੀ ਉਹ ਤੁਹਾਨੂੰ ਸਾਰਿਆਂ ਨੂੰ ਮਤਲਬ ਕਹਿੰਦੇ ਨਾ ਵੀ ਵਲੇਟ ਕੇ ਸੁੱਟ ਦੇਣਗੇ। ਦੇਖੋ ਨਾ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੋਈ ਵਜ੍ਹਾ ਜਿਹੜਾ ਰਿਹਾ, ਕਈ ਸਾਰੇ ਲੀਡਰ ਹੈ ਜਿਨ੍ਹਾਂ ਨੂੰ 2022 ਚ ਜੇਲ੍ਹ ਵਿੱਚ ਵੀ ਜਾਣਾ ਪੈ ਗਿਆ ਜੀ ਹੈ ਉਹਨਾਂ। ਇਸ ਕਰਕੇ ਭੁੱਲਣਾ ਨਹੀਂ ਹੈ ਬੜੇ ਸਾਰੇ ਲੋਕਾਂ ਨੂੰ। ਈਡੀ ਦਾ ਡਰ ਸਤਾ ਰਿਹਾ। ਹੁਣ ਕੱਲ੍ਹ ਹੀ ਵੇਖੋ ਨਾ, ਇੱਕ ਕਾਰੋਬਾਰੀ ਸੁੱਤਾ ਹੁੰਦਾ ਤੇ ਈਡੀ ਉਹਨੂੰ ਜਗਾ ਲੈਂਦੀ ਹੈ ਜੀ। ਈਡੀ ਨੇ ਇੱਕ ਹੋਰ ਨੇ ਜਿਹੜੇ ਚੱਲ ਰਹੇ ਨੇ, ਕੇਸ ਚੱਲ ਰਹੇ ਨੇ, ਈਡੀ ਨੇ ਉਹ 'ਤੇ ਵੀ ਐਂਟਰੀ ਮਾਰ ਲਈ ਹੈ। ਭਾਰਤ ਭੂਸ਼ਣ ਆਸ਼ੂ ਜੀ ਨੇ ਸਾਡੇ, ਉਹਨਾਂ ਜਿਹੜਾ ਕੇਸ ਹੋਇਆ ਸੀ ਟਰਾਂਸਪੋਰਟ ਘਟਾਲਾ, ਉਹ ਕਿਸ ਤਰ੍ਹਾਂ ਉਹਦੇ 'ਚ ਵੀ ਈਡੀ ਨੇ ਵਿਜੀਲੈਂਸ ਕੋਲ ਸਾਰੀਆਂ ਫਾਈਲਾਂ ਮੰਗ ਲਈਆਂ ਜੀ। ਹੁਣ ਜਿਹੜਾ ਉੱਥੇ ਘਟਾਲਾ ਹੋਇਆ ਸੀਗਾ, ਪੰਚਾਇਤੀ ਜ਼ਮੀਨਾਂ ਦੱਬੀਆਂ ਪਈਆਂ, ਇਹਨਾਂ ਨੇ ਲੀਡਰਾਂ ਨੇ ਉਹ ਵੀ ਮੰਗ ਲਈ ਈਡੀ ਨੇ। ਮਤਲਬ ਈਡੀ ਨੇ ਨਾ ਪੰਜਾਬ ਦੇ ਲੀਡਰ ਸੁੱਕਣੇ ਪਾਤੇ ਆ ਪੰਜਾਬ, ਜੇ ਅਸੀਂ ਗੱਲ ਕਰੀਏ ਤੇ। ਹੁਣ ਕੰਮ ਤੇ ਦੇਖੋ ਨਾ, ਕਹਿੰਦੇ ਵੀ ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਤੇ ਹੁਣ ਆਉਣ ਵਾਲਾ ਜਿਹੜਾ ਸਮਾਂ ਹੈ 2023 ਜਿਹੜਾ ਹੈ, ਉਹ ਵੇਖੋ ਰੱਬ ਇਹਨਾਂ ਲੀਡਰਾਂ ਨੂੰ ਸਦਬੁੱਧੀ ਦੇ ਵੀ ਜਿਨ੍ਹਾਂ ਨੇ ਤੁਹਾਨੂੰ ਮਾਨ ਸਨਮਾਨ ਦਿੱਤਾ ਹੈ, ਉਹਨਾਂ ਦਾ ਵੀ ਸੋਚੋ। ਆਪ ਤੇ ਤੁਸੀਂ ਆਪਣਾ ਮਾਲ ਭਰ ਕੇ ਤੇ ਪੰਜਾਬ ਨੂੰ ਪਹਿਲਾਂ ਹੀ ਕਰਜ਼ਦਾਰ ਕਰਤਾ। ਨਸ਼ਾ ਇੱਥੇ ਵਿਕੀ ਜਾਂਦਾ, ਯੂਥ ਇੱਥੇ ਰਹਿਣਾ ਨਹੀਂ ਚਾਹੁੰਦਾ। ਵੀ ਤੁਸੀਂ ਕਿੱਧਰਲੇ ਪਾਸੇ ਆਪਾਂ ਜਾਣਨਾ ਹੈ ਵੀ ਕਿਹੜੇ ਵਿਕਾਸ ਦੀ ਅਸੀਂ ਗੱਲ ਕਰਦੇ ਸੀਗੇ ਪਹਿਲੇ ਜੀ। ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਨਾਲ ਅਸੀਂ ਅੱਜ ਦੇ ਮੁੱਦੇ 'ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਆਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ।